ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਭੂਰਿਆਂ ਵਾਲੇ ਰਾਜੇ ਕੀਤੇ। ਲੇਖਕ ਸਵਰਨ ਸਿੰਘ। ਸਮਰਪਣ ਦਸ਼ਮੇਸ਼ ਪਿਤਾ ਦੇ ਦੂਲੇ ਸੁਰਬੀਰ ਸਿਦਕੀ ਜੁਝਾਰੂ ਯੋਧੇ ਸਿੰਘਾਂ ਨੂੰ, ਜਿਨ੍ਹਾਂ ਜ਼ੁਲਮ ਜਬਰ ਬੇਅਨਿਆਈ ਅਤੇ ਮੌਤ ਦੇ ਹਨੇਰ ਝੱਖੜਾਂ ਨੂੰ ਛਾਤੀਆਂ ਡਾਹ ਕੇ ਰੋਕਿਆ। ਦੋ ਭੂਰਿਆਂ ਵਿੱਚ ਹੀ ਮੁਸੀਬਤਾਂ ਝੱਲੀਆਂ, ਤੇਗਾਂ ਮੱਥਿਆਂ ਤੇ ਮਾਰੀਆਂ ਅਤੇ ਸੀਨਿਆਂ ਵਿੱਚ ਖਾਧੀਆਂ। ਸਿੱਖੀ ਆਣ ਸ਼ਾਨ ਲਈ ਸੀਸ ਸਦਾ ਤਲੀ ਤੇ ਰੱਖੀ ਛੱਡੇ। ਹੱਸ ਹੱਸ ਕੁਰਬਾਨ ਹੁੰਦੇ ਰਹੇ। ਮੁਗਲ ਰਾਜ ਦੀ ਪੰਜਾਬ ਵਿੱਚੋਂ ਸਫ ਵਲੇਟ ਸੁੱਟੀ ਅਤੇ ਆਪਣਾ ਖਾਲਸਾ ਰਾਜ ਕਾਇਮ ਕੀਤਾ। ਜਾਣ ਪਛਾਣ ਵਜੋਂ ਸ਼ਬਦ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਅਸਲ ਵਿੱਚ ਹੇਠਲੀ ਪੰਕਤੀ ਪਹਿਲਾਂ ਹੈ ਅਤੇ ਉਤਲੀ ਪਿੱਛੋਂ। ਸ਼ਾਹ ਅਨਾਇਤ ਪੂਰਾ ਇਮਾਨਦਾਰ, ਪੂਰਾ ਮੁਸਲਮਾਨ ਦੇ ਚੇਲਿਆਂ ਵਾਰਿਸ ਸ਼ਾਹ, ਸਾਈਂ ਬੁੱਲੇ ਸ਼ਾਹ ਦੋਵੇਂ ਹੀ ਸੈਯਦ ਆਪਣੇ ਵੇਲੇ ਦੇ ਉੱਚ ਕੋਟੀ ਦੇ ਕਵੀ ਅਤੇ ਸੱਚੇ ਮੁਸਲਮਾਨ ਸਨ। ਵਿੱਚੋਂ ਇੱਕ ਦੀਆਂ ਦੱਸੀਆਂ ਜਾਂਦੀਆਂ ਹਨ। ਦੋਹਾਂ ਧਿਰਾਂ ਦੇ ਉਪਾਸਕਾਂ ਦਾ ਆਪਣੇ ਆਪਣੇ ਹੱਕਾਂ ਵਿੱਚ ਰੌਲਾ ਹੈ ਜੋ ਅਜੇ ਤੱਕ ਮੁੱਕਿਆ ਨਹੀਂ, ਨਾ ਹੀ ਸਿਰੇ ਲੱਗਾ ਹੈ। ਇਹ 18ਵੀਂ ਸਦੀ ਵਿੱਚ ਸਿਰਫ ਸਿੱਖਾਂ ਨੂੰ ਹੀ ਜ਼ਫਰ ਜਾਲਣੇ ਪਏ। ਕਿਵੇਂ ਸਾਲਾਂ ਬੱਧੀ ਮੌਤ ਦੀ ਕੁਠਾਲੀ ਵਿੱਚ ਸੜ ਸੜ ਕੇ ਕੁੰਦਨ ਬਣਦੇ ਰਹੇ ਦੇ ਇਤਿਹਾਸ ਦਾ ਨਿਚੋੜ ਹੈ। ਉਹ ਕਿਹੜਾ ਜ਼ਹਿਰ ਸੀ ਜਿਸ ਦੇ ਪਿਆਲੇ ਮੁਗਲਾਂ ਪੀਤੇ, ਅਤੇ ਉਹ ਕਿਹੜੇ ਭੂਰੇ ਸਿੱਖਾਂ ਪਾਸ ਸਨ, ਅਤੇ ਇਹ ਕਿੱਥੋਂ ਆਏ ਜੋ ਉਹਨਾਂ ਉੱਪਰ ਲਏ ਅਤੇ ਆਪਣਾ ਰਾਜ ਕਾਇਮ ਕੀਤਾ। ਜ਼ਹਿਰ ਸੰਨ 1526 ਈਸਵੀ ਵਿੱਚ ਪਾਣੀਪਤ ਦੇ ਮੈਦਾਨ ਵਿੱਚ ਬਾਦਸ਼ਾਹ ਇਬਰਾਹਿਮ ਲੋਧੀ ਮਾਰਿਆ ਗਿਆ ਅਤੇ ਜੇਤੂ ਬਾਬਰ ਮਹਿਮੂਦ ਗਜਨਵੀ ਵਾਂਗਰ ਲੁੱਟ-ਮਾਰ ਕਰਕੇ ਪਿਛਾਂਹ ਨਹੀਂ ਮੁੜਿਆ। ਬਾਬਰ ਦੇ ਪਹਿਲੇ 5 ਹਮਲੇ ਨਾਕਾਮ ਰਹੇ, 6ਵਾਂ ਸਫਲ ਹੋਇਆ। ਸਿੱਟੇ ਵਜੋਂ ਮੁਗਲ ਰਾਜ ਪੱਕੇ ਪੈਰੀਂ ਕਾਇਮ ਹੋ ਗਿਆ। ਰਾਣਾ ਸਾਂਗਾ, ਰਾਣਾ ਸੰਗਰਾਮ ਸਿੰਘ, ਰਾਣਾ ਪ੍ਰਤਾਪ ਸਿੰਘ ਦਾ ਦਾਦਾ ਨਾਲ ਕਨਵਾਹ ਦੇ ਭੇੜ ਵਿੱਚੋਂ ਬਾਬਰ ਮਸਾਂ ਹੀ ਜਿੱਤਿਆ। ਫੌਜ ਨੂੰ ਹੌਸਲਾ ਦਿੱਤਾ ਕਿ ਮੈਂ ਅੱਜ ਤੋਂ ਸ਼ਰਾਬ ਛੱਡੀ, ਜਿੱਤਿਆ ਅਤੇ ਰਾਜ ਕਾਇਮ ਰਿਹਾ। ਬਾਬਰ ਨੂੰ 5 ਕੁ ਸਾਲਾਂ ਲਈ ਹਮਾਯੂ ਨੂੰ 18 ਸਾਲਾਂ ਤੋਂ ਵੱਧ ਦਿੱਲੀ ਦੀ ਰਾਜ ਗੱਦੀ ਮਾਨਣੀ ਨਸੀਬ ਹੋਈ। ਭਾਵੇਂ ਸ਼ੇਰ ਸ਼ਾਹ ਸੂਰੀ ਨੇ ਅਤੇ ਪਿੱਛੋਂ ਉਸਦੇ ਵੰਸ਼ਜਾਂ ਨੇ ਉਸ ਨੂੰ ਮੁਲਕੋਂ ਬਾਹਰ ਧਕੇਲੀ ਰੱਖਿਆ। ਕੁਝ ਸਮੇਂ ਉਪਰੰਤ ਹਮਾਯੂ ਨੇ ਈਰਾਨ ਦੀ ਮਦਦ ਨਾਲ ਦਿੱਲੀ ਫਤਿਹ ਕੀਤੀ ਅਤੇ ਮੁਗਲ ਰਾਜ ਦੀ ਪੁਨਰ ਸਥਾਪਨਾ ਕੀਤੀ, ਪਰ ਕੁਝ ਸਾਲਾਂ ਬਾਅਦ ਹੀ ਉਹ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਾ ਅਤੇ ਚੱਲ ਵਸਿਆ। ਫਿਰ ਅਕਬਰ ਆਇਆ। ਇਤਿਹਾਸਕਾਰਾਂ ਨੇ ਉਸਦੇ ਰਾਜਕਾਲ ਨੂੰ ਸਲਾਹਿਆ ਅਤੇ ਮਹਾਰਾਜਾ ਅਸ਼ੋਕ ਵਰਗਾ ਅਮਨ ਚੈਨ ਵਾਲਾ ਕਿਹਾ ਹੈ। ਅਕਬਰ ਦੇ ਪਿੱਛੋਂ ਜਹਾਂਗੀਰ ਤੋਂ ਲੈ ਕੇ 1780 ਈਸਵੀ ਤੱਕ ਨਾਦਰ ਸ਼ਾਹ, 1739 ਈਸਵੀ ਦਿੱਲੀ ਦਾ ਕਤਲਾਮ, ਅੰਨੀ ਲੁੱਟ, 1748 ਈਸਵੀ ਤੋਂ ਲੈ ਕੇ 1772 ਤੱਕ ਅਹਿਮਦ ਸ਼ਾਹ ਦੁਰਾਨੀ, ਅਪ੍ਰੈਲ 1772 ਵਿੱਚ ਉਹ ਮਰਿਆ, ਅਤੇ ਸਿੰਘ 1776 ਈਸਵੀ ਵਿੱਚ ਉਤਲੇ ਪੱਲੇ ਹੋਏ ਅਤੇ 1799 ਈਸਵੀ ਵਿੱਚ ਸਿੱਖ ਰਾਜ ਬਣਿਆ ਜੋ ਮਹਾਰਾਜਾ ਰਣਜੀਤ ਸਿੰਘ ਪਿੱਛੋਂ 1839 ਈਸਵੀ ਵਿੱਚ ਬੇਈਮਾਨ ਬ੍ਰਾਹਮਣਾਂ ਅਤੇ ਨਮਕ ਹਰਾਮ ਡੋਗਰਿਆਂ ਨੇ ਆਪਣੀਆਂ ਨੀਚ ਚਾਲਾਂ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਅਤੇ ਰਾਜ ਸਮਾਪਤ ਕਰਕੇ ਮੁਲਕ ਪੰਜਾਬ ਨੂੰ ਅੰਗਰੇਜ਼ਾਂ ਦੇ ਗੁਲਾਮ ਬਣਾ ਦਿੱਤਾ, ਜੋ 29 ਮਾਰਚ 1849 ਤੋਂ ਲੈ ਕੇ 14 ਅਪ੍ਰੈਲ 1947 ਤੱਕ ਗੁਲਾਮ ਹੀ ਰਿਹਾ। ਫਿਰ ਅੱਗੇ ਸਿੱਖਾਂ ਗੱਲ ਬਾਣੀਆਂ ਬ੍ਰਾਹਮਣਾਂ ਦੀ ਗੁਲਾਮੀ ਪੈ ਗਈ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਫਾਂਸੀ ਤੇ ਚੜ੍ਹਨ ਵਾਲੇ 121 ਬੰਦਿਆਂ ਵਿੱਚੋਂ ਛੋਟੀ ਜਿਹੀ ਕੌਮ ਦੇ 93 ਵਿਅਕਤੀ ਫਾਂਸੀ ਤੇ ਚੜ੍ਹੇ, ਜਿਨ੍ਹਾਂ ਦੀ ਗਿਣਤੀ 80% ਤੋਂ ਉੱਪਰ ਸੀ।
ਆਜ਼ਾਦੀ ਘੁਲਾਟੀਆਂ ਨੇ ਕਾਲੇ ਪਾਣੀ ਦੀਆਂ ਕੈਦਾਂ, ਹੋਰ ਉਮਰ ਕੈਦਾਂ ਘਰ-ਬਾਰ ਜ਼ਬਤ ਕਰਵਾ ਕੇ ਆਜ਼ਾਦੀ ਦੀ ਖੀਰ ਦਾ ਕੜਾਇਆ ਬ੍ਰਾਹਮਣਾਂ ਬਾਣੀਆਂ ਅੱਗੇ ਧਰ ਦਿੱਤਾ। ਮੁਲਕ ਦੀ ਵੰਡ ਵੇਲੇ ਸਭ ਕੁਝ ਲੁੱਟ-ਪਟਾ ਇੱਧਰ ਆਏ, ਪਰ ਸ਼ਾਤਰ ਦਿਮਾਗ ਗਾਂਧੀ, ਨਹਿਰੂ, ਪਟੇਲ ਅਤੇ ਚੰਦੂ ਲਾਲ ਤ੍ਰਿਵੇਦੀ ਨੇ ਕੱਲ੍ਹ ਦੇ ਦੇਸ਼ ਭਗਤ ਸਿੱਖਾਂ ਨੂੰ ਜਦ ਲੋੜ ਸੀ ਲਾਠੀਆਂ, ਗੋਲੀਆਂ, ਜੇਲਾਂ, ਫਾਂਸੀਆਂ ਵੱਲ ਡਾਹ ਕੇ ਆਪਣਾ ਉੱਲੂ ਸਿੱਧਾ ਕਰਕੇ ਜਰਾਇਮ ਪੇਸ਼ਾ ਕਰਾਰ ਦੇ ਕੇ ਠੇਂਗਾ ਵਿਖਾ ਕੇ ਠੁਣ-ਠੁਣ ਗੋਪਾਲ ਬਣਾ ਦਿੱਤਾ, ਜੋ ਅੱਜ ਤੱਕ ਬੌਂਦਲੇ ਅਤੇ ਰੁਲਦੇ ਫਿਰਦੇ ਹਨ ਕਿ ਸਾਡੇ ਨਾਲ ਇਹ ਕੀ ਬਣਿਆ। ਸਿੱਖੋ, ਅਜੇ ਤੁਹਾਡੇ ਨਾਲ ਬਹੁਤ ਕੁਝ ਬਣਨਾ ਹੈ। ਪੰਜਾਬ ਰੇਗਿਸਤਾਨ ਬਣੇਗਾ ਅਤੇ ਬਰਬਰ ਉੱਡੇਗੀ। ਅਜੇ ਵੀ ਸੁਰਤ ਕਰੋ, ਆਪਣਾ ਆਪ ਅਤੇ ਸਮਾਂ ਪਛਾਣੋ। ਤੁਹਾਡੇ ਦੁਆਲੇ ਪਦਾਲੇ ਤੁਹਾਡੀਆਂ ਬੇੜੀਆਂ ਵਿੱਚ ਵੱਟੇ ਪਾਉਣ ਵਾਲੇ ਕਿਸ ਤਰ੍ਹਾਂ ਹਰਲ-ਹਰਲ ਕਰਦੇ ਫਿਰ ਰਹੇ ਹਨ। हजारों रहबर फिरते हैं लबासे खिजर में, जिंदगी चाहिए तो इनकी पहचान पैदा कर। बाबा बंदा सिंह बहादुर अमृत छक के ਸਿੰਘ ਸੱਜ ਕਲਗੀਧਰ ਜੀ ਤੋਂ ਹਦਾਇਤਾਂ ਅਤੇ ਥਾਪੜਾ ਲੈ ਕੇ ਸਿਰਫ 25 ਸਿੰਘਾਂ ਨਾਲ ਪੰਜਾਬ ਨੂੰ ਚੱਲ ਪਿਆ ਅਤੇ ਦਿੱਲੀ ਲਾਗੇ ਸ਼ਹਿਰ ਖਰਖੋਡਾ ਦੇ ਨਜ਼ਦੀਕ ਸੇਰੀ ਅਤੇ ਖੰਡਾ 2 ਪਿੰਡਾਂ ਦਰਮਿਆਨ ਡੇਰਾ ਆਣ ਲਾਇਆ। ਉਹ ਕੈਥਲ ਤੋਂ ਹੀ ਲੋਹੇ ਦਾ ਸੁਹਾਗਾ ਬਣ ਗਿਆ। ਥਾਣੇਸਰ ਕੁਰੂਕਸ਼ੇਤਰ ਨੂੰ ਨਹੀਂ ਛੇੜਿਆ। ਜਲਾਲ ਉਦੀਨ, ਜਿਸ ਨੇ 34 ਸਾਲ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲਾਂ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਆਦਿ ਨੂੰ ਮੌਤ ਦੇ ਘਾਟ ਉਤਾਰਿਆ। ਸਮਾਣਾ ਸ਼ਹਿਰ ਤਹਿਸ ਨਹਿਸ ਕਰ ਦਿੱਤਾ। ਸਦਾ ਬਹਾਰੀ ਹੱਸਦਾ ਵਸਦਾ ਸ਼ਹਿਰ ਸੜੀਆਂ ਇਮਾਰਤਾਂ ਦਾ ਮਲਬਾ ਅਤੇ ਵਿੱਚੋਂ ਉੱਠਦੇ ਧੂਏ ਅਤੇ ਗਲੀ ਬਾਜ਼ਾਰ ਲਾਸ਼ਾਂ ਨਾਲ ਅੱਟੇ ਪਏ ਨਜ਼ਰ ਆਉਂਦੇ ਸਨ। ਜਿਸ ਸ਼ਹਿਰ ਵਿੱਚੋਂ 22 ਪਾਲਕੀਆਂ ਨਿਕਲਦੀਆਂ ਸਨ, ਸ਼ਾਮ ਤੱਕ ਖੰਡਰ ਹੀ ਖੰਡਰ ਕਰ ਦਿੱਤਾ ਗਿਆ। ਜਿੱਥੇ ਬੜੇ ਬੜੇ ਅਮੀਰ ਸੈਯਦਾਂ, ਸ਼ੇਖਾਂ, ਮੁਗਲਾਂ, ਪਠਾਣਾਂ ਅਤੇ ਰੰਗੜਾਂ ਦਾ ਵਾਸਾ ਸੀ ਅਤੇ ਜੋ ਮਜਲੂਮਾਂ ਦਾ ਲਹੂ ਨਿਚੋੜ ਕੇ ਧਨੀ ਕੁਬੇਰ ਬਣੇ ਬੈਠੇ ਸਨ, ਸਭ ਨੂੰ ਮਾਂਜ ਸੂਤ ਕੇ ਅਗਲੇ ਜਹਾਨ ਨੂੰ ਰਵਾਨਾ ਕਰ ਦਿੱਤਾ। ਚੁਫੇਰੇ ਦੇ ਪਿੰਡਾਂ ਦੇ ਲੋਕ ਜੋ ਇਹਨਾਂ ਦੇ ਸਤਾਏ ਹੋਏ ਸਨ, ਸੱਦ ਕੇ ਮਾਲ ਡੰਗਰ ਅਤੇ ਉਹਨਾਂ ਦੀਆਂ ਬਹੂ ਬੇਟੀਆਂ ਵਾਪਸ ਉਹਨਾਂ ਦੇ ਹਵਾਲੇ ਕਰਵਾਈਆਂ ਅਤੇ ਧੰਨ ਧੰਨ ਕਰਵਾਈ। ਇਸਮਾਇਲਾਬਾਦ, ਕਢਾਮ, ਸ਼ਾਹਪੁਰ, ਕੁੰਜਪੁਰਾ, ਵਜ਼ੀਰ ਖਾਨ ਦਾ ਜੱਦੀ ਪਿੰਡ, ਸਢੌਰਾ, ਛੱਤ ਬਨੂੜ ਆਦਿ ਮਾਰੇ। ਰੋਪੜ ਰੁਕੇ ਸਿੰਘ ਮਝੈਲ ਨਾਲ ਰਲਾ ਕੇ ਚੱਪੜਚਿੜੀ, ਜੋ ਸਰਹਿੰਦ ਦੇ ਉੱਤਰ ਪੱਛਮ ਵਿੱਚ ਹੈ, ਵੱਲ ਵਧੇ। ਵਜ਼ੀਰ ਖਾਨ ਦੇ ਹਾਥੀਆਂ, ਤੋਪਾਂ, ਘੋੜ ਰਸਾਲੇ, ਪੈਦਲ ਅਤੇ ਬੇਉੜਕਾ ਮੁਲਖਈਆਂ ਦਾ ਟਿੱਡੀ ਦਲ ਚੀਰ ਪਾੜ ਸੁੱਟਿਆ। ਵਜ਼ੀਰ ਖਾਂ ਮਾਰ ਕੇ ਉਸ ਦੀ ਲਾਸ਼ ਰੁੱਖ ਨਾਲ ਪੁੱਠੀ ਟੰਗ ਕੇ ਸਾੜ ਦਿੱਤੀ। ਅਗਲੇ ਦਿਨ ਸਰਹੰਦ ਅੱਪੜ ਕੇ ਕਿਲੇ ਵਿੱਚ ਬੈਠੇ ਮੁਗਲਾਂ ਨੂੰ, ਜਿਨ੍ਹਾਂ ਮਾਮੂਲੀ ਟਾਕਰਾ ਕੀਤਾ, ਨੂੰ ਮਾਰ ਮੁਕਾਇਆ ਅਤੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ। ਸੁੱਚਾਨੰਦ ਬ੍ਰਾਹਮਣ ਅਤੇ ਉਸ ਦੇ ਪੁੱਤਰ ਸਮੇਤ ਸਾਰਾ ਪਰਿਵਾਰ ਬੁਰੀ ਦੁਰਦਸ਼ਾ ਕਰਕੇ ਮਾਰਿਆ। ਸ਼ੇਖ ਸਰਹਿੰਦੀ ਦਾ ਪੁੱਤਰ ਖਵਾਜਾ ਮਾਸੂਮ ਸਾਰਾ ਟੱਬਰ ਟੋਰ ਲੈ ਕੇ ਦਿੱਲੀ ਜਾ ਵੜਿਆ ਅਤੇ ਬਚ ਗਿਆ। ਬਾਬਾ ਬੰਦਾ ਸਿੰਘ ਜੀ ਨੇ ਪਾਣੀਪਤ, ਕਰਨਾਲ ਤੋਂ ਲੈ ਕੇ ਸਤਲੁਜ ਦੇ ਖੱਬੇ ਕੰਢੇ ਤੱਕ ਮਾਰ ਕੇ ਕਪਾਲ ਮੋਚਨ ਤੋਂ 28 ਮੀਲ ਉੱਤਰ ਵਿੱਚ ਸੋਨ ਨਦੀ ਤੋਂ ਪਾਰ ਮੋਹਨਪੁਰ ਪਿੰਡੋਂ 1.5 ਮੀਲ ਉਤਾਂਹ ਬਾਦਸ਼ਾਹ ਸ਼ਾਹਜਹਾਨ ਦੇ ਬਣਾਏ ਮੁਖਲਿਸਗੜ੍ਹ ਨੂੰ ਅਕਾਲਗੜ੍ਹ ਨਾਮ ਦੇ ਕੇ ਆਪਣੀ ਰਾਜਧਾਨੀ ਬਣਾ ਲਈ। 6.5 ਸਾਲ ਦੇ ਰਾਜ ਪਿੱਛੋਂ
ਗੁਰਦਾਸ ਨੰਗਲ ਦੀ ਗੜੀ ਦੇ 8 ਮਹੀਨਿਆਂ ਤੋਂ ਵੱਧ ਘੇਰੇ ਪਿੱਛੋਂ ਜ਼ਬਰਦਸਤ ਖਾਨ ਦਲੇਰੇ ਜੰਗ ਲਾਹੌਰ ਦੇ ਗਵਰਨਰ ਦੀਆਂ ਝੂਠੀਆਂ ਕਸਮਾਂ ਅਤੇ ਯਕੀਨ ਕਰਕੇ ਗੜੀਓਂ ਬਾਹਰ ਆ ਗਏ, ਪਰ ਖਾਨ ਨੇ ਕਸਮਾਂ ਭੁਲਾ ਕੇ ਗ੍ਰਿਫਤਾਰ ਕਰਕੇ 740 ਸਾਥੀਆਂ ਸਮੇਤ ਬਾਦਸ਼ਾਹ ਫਰੂਖ ਸੀਰ ਦੇ ਜਾ ਪੇਸ਼ ਕੀਤੇ। ਇਸ ਨੇ ਇਸਲਾਮ ਜਾਂ ਕਤਲ ਭਾਵ ਜਾਨ ਜਾਂ ਮੌਤ, ਲਾਲਚ ਅਤੇ ਡਰ ਦਿੰਦਿਆਂ ਅਤੀ ਕਮੀਨੇ ਰਾਜਸੀ ਢੁੱਚਰ ਵਾਅਦੇ ਕੀਤੇ ਗਏ, ਪਰ ਸਿੰਘ ਆਪਣੇ ਧਰਮ ਤੇ ਕਾਇਮ ਰਹੇ। ਹਾਰਡਿੰਗ ਲਾਇਬ੍ਰੇਰੀ ਅਤੇ ਹੁਣ ਗਾਂਧੀ ਲਾਇਬ੍ਰੇਰੀ ਵਾਲੀ ਥਾਂ, ਜੋ ਰੋਸ਼ਨ ਖਾਨ ਵਾਲੀ ਮਸੀਤ ਲਾਗੇ ਹੈ, ਰੋਜ਼ 100 ਕਰਕੇ 5 ਮਾਰਚ 1716 ਈਸਵੀ ਤੋਂ ਸ਼ੁਰੂ ਕਰਕੇ 7 ਦਿਨਾਂ ਵਿੱਚ ਸ਼ਹੀਦ ਕੀਤੇ ਗਏ। ਸਿੱਖ ਨੇ ਧਰਮ ਪਰਿਵਰਤਨ ਕਰਕੇ ਜਾਨ ਬਚਾਉਣ ਨੂੰ ਬੜੀ ਘ੍ਰਿਣਾ ਨਾਲ ਤਿਰਸਕਾਰਿਆ। 3 ਮਹੀਨੇ ਬਾਅਦ ਬਾਬਾ ਬੰਦਾ ਸਿੰਘ ਅਤੇ ਉਹਨਾਂ ਦੇ ਭੁਜੰਗੀ ਅਜੇ ਸਿੰਘ ਉਮਰ 4 ਸਾਲ ਨੂੰ ਜਿਵੇਂ ਸ਼ਹੀਦ ਕੀਤਾ ਗਿਆ। ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਐਸੀ ਮਿਸਾਲ ਕਿਤੇ ਨਹੀਂ ਮਿਲਦੀ। ਬਾਬਾ ਬੰਦਾ ਸਿੰਘ ਜੀ ਦੇ ਚੋਟੀ ਦੇ ਜਰਨੈਲ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ ਬਾਬਾ ਜੀ ਦੇ ਸਾਹਮਣੇ ਸ਼ਹੀਦ ਕੀਤੇ ਗਏ ਸਨ। ਉਹਨਾਂ ਨੂੰ ਵੀ ਇਸਲਾਮ ਕਬੂਲ ਕਰਨ ਲਈ ਲਾਲਚ ਵਜੋਂ ਰਾਜਸੀ ਢੁੱਚਰੀ ਵਾਅਦੇ ਕੀਤੇ ਗਏ, ਪਰ ਉਹਨਾਂ ਧਰਮ ਨਾ ਤਿਆਗਿਆ। ਬਾਬਾ ਬੰਦਾ ਸਿੰਘ ਜੀ ਦੇ ਪੁੱਤਰ ਅਤੇ ਸਾਰੇ ਸਾਥੀਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਸਿੱਖਾਂ ਦੀਆਂ ਸ਼ਹਾਦਤਾਂ ਦਾ ਅਮੁੱਕ ਸਿਲਸਿਲਾ ਜਾਰੀ ਰਿਹਾ। ਮੁਖਬਰਾਂ ਅਤੇ ਸਰਕਾਰੀ ਪੱਖਪਾਤੀਆਂ ਦੀ ਚੜ੍ਹ ਮੱਚ ਗਈ। ਗੁਰਸਿੱਖ ਜੋ ਵਾਹੀਵਾਨ ਸਨ ਅਤੇ ਅਮਨ ਚੈਨ ਨਾਲ ਰਹਿੰਦੇ ਸਨ ਨੂੰ ਵੀ ਝੂਠੇ ਇਲਜ਼ਾਮ ਲਾ ਕੇ ਸ਼ਹੀਦ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ। ਨਖਾਸ ਚੌਂਕ ਵਾਲੀ ਥਾਂ ਲਾਹੌਰ ਦੇ ਵੱਡੇ ਰੇਲਵੇ ਸਟੇਸ਼ਨ ਦੇ ਐਨ ਲਾਗੇ ਦੂਰੋਂ ਨੇੜਿਓਂ ਫੜੇ ਸਿੱਖ ਰੋਜ਼ ਕਤਲ ਹੁੰਦੇ ਅਤੇ ਕਦੇ ਖੂਨ ਸੁੱਕਦਾ ਨਾ। ਪਹਿਲਾਂ ਜ਼ਬਰਦਸਤ ਖਾਨ ਦਲੇਰੇ ਜੰਗ, ਫਿਰ ਜ਼ਕਰੀਆ ਖਾਨ, ਖਿਤਾਬ ਖਾਨ ਬਹਾਦਰ ਅਤੇ ਉਸ ਦੇ ਮਰਨ ਪਿੱਛੋਂ ਉਸ ਦੇ ਪੁੱਤਰਾਂ ਅਤੇ ਇਹਨਾਂ ਪਿੱਛੋਂ ਮੀਰ ਮੰਨੂ ਨੇ ਪੂਰਾ ਟਿੱਲ ਲਾ ਕੇ ਸਿੱਖਾਂ ਨੂੰ ਮੁਕਾ ਦੇਣ ਦੇ ਯਤਨ ਕੀਤੇ। ਨਾਲ ਦੇ ਅਰੋੜੇ ਖੱਤਰੀ ਭਰਾਵਾਂ ਲਖਪਤ ਅਤੇ ਜਸਪਤ ਨੇ ਵੀ ਪੱਬਾਂ ਭਾਰ ਹੋ ਕੇ ਮੁਗਲ ਸਰਕਾਰ ਦੇ ਇਸ ਨੇਕ ਕੰਮ ਵਿੱਚ ਯੋਗਦਾਨ ਪਾਇਆ। ਲਖਪਤ ਨੇ ਤਾਂ ਬਹੁਤੀ ਅੱਤ ਚੁੱਕ ਲਈ। ਉਸਨੇ ਹਰਿਮੰਦਰ ਸਾਹਿਬ ਸਮੇਤ ਬਹੁਤ ਸਾਰੇ ਗੁਰੂ ਅਸਥਾਨਾਂ ਦੀ ਬੇਹੁਰਮਤੀ ਕੀਤੀ। ਭਾਈ ਮਣੀ ਸਿੰਘ ਜੀ ਦਾ ਕੂਟ ਚਾਲ ਨਾਲ ਕਤਲ, ਭਾਈ ਤਾਰਾ ਸਿੰਘ ਜੀ ਵਾਲਿਆਂ ਉੱਤੇ ਚੜ੍ਹਾਈ, 21 ਸਿੰਘਾਂ ਦਾ ਕਤਲ ਅਤੇ ਵਾੜਾ ਸਾੜਨਾ, ਮੱਸੇ ਰੰਗੜ ਤੋਂ ਹਰਿਮੰਦਰ ਸਾਹਿਬ ਦਾ ਨਿਰਾਦਰ ਅਤੇ ਸਰੋਵਰ ਨੂੰ ਮਿੱਟੀ, ਕੂੜੇ ਕਰਕਟ ਅਤੇ ਹੱਡਾਂ ਖੱਲਾਂ ਆਦਿ ਨਾਲ ਅੱਟ ਦੇਣਾ ਲੱਖੂ ਦਾ ਹੀ ਕਾਰਾ ਸੀ। ਅਬਦੁਲ ਰਜ਼ਾਕ ਰਸੂਲ ਨਗਰੀਏ, ਜ਼ਿਲ੍ਹਾ ਗੁਜਰਾਂਵਾਲਾ ਹੁਣ ਪਾਕਿਸਤਾਨ ਵਿੱਚ, ਨੇ ਵੱਧ ਕੇ ਸਾਥ ਦਿੱਤਾ। ਲੱਖੂ ਦਾ ਸਭ ਤੋਂ ਭਿਆਨਕ ਦੁਸ਼ਟਕਾਰਾ ਬੇਗੁਨਾਹ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸੀ। ਫਿਰ ਆਪਣੇ ਭਰਾ ਜਸਪਤ ਦੇ ਮਾਰੇ ਜਾਣ ਦੇ ਬਦਲੇ ਵਿੱਚ ਹਜ਼ਾਰਾਂ ਗੁਰਸਿੱਖ ਸਿੱਖਾਂ ਨੂੰ ਬਾਲ ਬੱਚੇ ਅਤੇ ਬੀਬੀਆਂ ਸਮੇਤ ਤਹਿ ਤੇਗ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਵਿੱਤਰ ਬੀੜਾਂ ਅਤੇ ਪਵਿੱਤਰ ਗੁਟਕੇ ਸੜਵਾਉਣੇ ਅਤੇ ਖੂਹਾਂ ਦਰਿਆਵਾਂ ਵਿੱਚ ਸੁਟਵਾਉਣੇ, ਗੁਰੂ ਸਾਹਿਬਾਨ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਉਂ ਲੈਣ ਵਾਲਿਆਂ ਦੇ ਪੇਟ ਚਾਕ ਕਰਵਾਉਣੇ, ਸਿੱਖਾਂ ਦੇ ਖਾਤਮੇ ਦਾ ਬੀੜਾ ਚੁੱਕਣਾ, ਗੁੜ ਆਖਣ ਤੇ ਰੋਕ ਕਿ ਇਸ ਨਾਲ ਗੁਰੂ ਯਾਦ ਆਉਂਦਾ ਹੈ, ਅਤੇ ਫਿਰ ਯਹੀਆ ਖਾਨ ਪੁੱਤਰ ਜ਼ਕਰੀਆ ਖਾਨ ਮੂਹਰੇ ਪੱਗ ਸੁੱਟਣੀ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਨਿਬੇੜ ਕੇ ਹੀ ਬੰਨਾਂਗਾ। ਜੇ ਤੁਸੀਂ ਬੰਨੋਗੇ ਤਾਂ ਇਹ ਸਨ ਉਸ ਮਹਾਨ ਪਾਪੀ ਦੇ ਮਹਾਪਾਪ। ਲੱਖੂ ਦੇ ਬੋਲ ਸੁਣ ਕੇ ਯਹੀਆ ਖਾਨ ਦੇ ਦਿਲ ਦੀ ਹੋਈ। ਉਸ ਨੂੰ ਹੋਰ ਕੀ ਚਾਹੀਦਾ ਸੀ, ਉਹ ਵੀ ਇੱਕ ਹਿੰਦੂ ਹੱਥੋਂ।
ਯਹੀਆ ਖਾਨ ਨੇ ਉਸ ਨੂੰ ਮੂੰਹ ਮੰਗੀ ਫੌਜ ਅਤੇ ਅਸਲਾ ਪ੍ਰਦਾਨ ਕਰਕੇ ਸਿੱਖਾਂ ਵਿਰੁੱਧ ਚਾੜ੍ਹਤਾ। ਪਹਿਲੇ ਘੱਲੂਘਾਰੇ ਵਿੱਚ 12 ਤੋਂ 15 ਹਜ਼ਾਰ ਤੱਕ ਸਿੰਘ ਸ਼ਹੀਦ ਕੀਤੇ ਗਏ। ਉਸ ਦਾ ਬੀੜਿਆ ਦੁੱਕਾ ਫਿਰ ਵੀ ਪੂਰਾ ਨਾ ਹੋਇਆ। ਪਹਿਲੇ ਘੱਲੂਘਾਰੇ 2 ਜੂਨ 1746 ਈਸਵੀ ਵਿੱਚ ਅਤੇ ਵੱਡੇ ਘੱਲੂਘਾਰੇ 5 ਫਰਵਰੀ 1762 ਈਸਵੀ ਤੱਕ ਸਿੱਖਾਂ ਉੱਤੇ ਕੀ ਵਾਪਰਦਾ ਰਿਹਾ ਬਿਆਨ ਕਰਨਾ ਕਲਮ ਦੇ ਵੱਸੋਂ ਬਾਹਰ ਹੈ। ਨਾਦਰ ਸ਼ਾਹ ਨੇ ਜਦ ਸੁਣਿਆ ਕਿ ਸਿੱਖਾਂ ਦਾ ਘਰ ਘਾਟ ਘੋੜਿਆਂ ਦੀਆਂ ਕਾਠੀਆਂ ਤੇ ਹੀ ਹੈ ਤਾਂ ਉਹ ਜ਼ਕਰੀਆ ਖਾਨ ਨੂੰ ਮੱਤਾਂ ਦਿੰਦਾ ਹੈ ਕਿ ਸਿੰਘਾਂ ਨੂੰ ਕਾਬੂ ਕਰੋ, ਨਹੀਂ ਤਾਂ ਤੁਹਾਡੇ ਰਾਜ ਦੀ ਖੈਰ ਨਹੀਂ। ਇਹ ਹਦਾਇਤ ਦੇ ਕੇ ਉਹ ਪੰਜਾਬੋਂ ਤੁਰ ਗਿਆ। ਫਿਰ ਅਹਿਮਦ ਸ਼ਾਹ ਅਬਦਾਲੀ ਹਿੰਦ ਨੂੰ ਲੁੱਟਣ ਲਈ ਚੜ੍ਹ ਆਇਆ। ਉਸ ਨਾਲ ਸਿੰਘ ਕਿਵੇਂ ਜੂਝਦੇ ਰਹੇ। ਹਿੰਦੂਆਂ, ਕਰਨਾਲ, ਰੋਹਤਕ, ਹਿਸਾਰ ਅਤੇ ਗੁੜਗਾਵਾਂ ਦੇ ਜਾਟ, ਜਿਨ੍ਹਾਂ ਨੂੰ ਅੱਜ ਅਖੌਤੀ ਅਸਲ ਆਰੀਆ ਕਹਿੰਦੇ, ਪ੍ਰੈਸ, ਮਹਾਸ਼ਾ ਪ੍ਰੈਸ ਮੂੰਹ ਵਿੱਚ ਜਵਾਨ ਨਹੀਂ ਪਾਉਂਦਾ, ਮਰਹੱਟੇ, ਮੱਧ ਪ੍ਰਦੇਸ਼ ਦੇ ਅਖੌਤੀ ਸੂਰਮੇ, ਡੋਗਰੇ ਅਤੇ ਗੋਰਖੇ ਅਤੇ ਖੀਰਾਂ ਨਾਲ ਨਾ ਰੱਜਣ ਵਾਲੇ ਬਿੱਪਰ ਦੇਵਤੇ ਅਬਦਾਲੀ ਮੂਹਰੇ ਸਿੱਧੇ ਨਾ ਹੋਏ। ਕੁਝ ਪਹਾੜੀ ਜਾ ਚੜ੍ਹੇ, ਕੁਝ ਖੁੱਡੀ ਜਾ ਵੜੇ, ਬਾਕੀ ਸਿਰ ਸੁੱਟੀ ਕੁਟੀਂਦੇ ਅਤੇ ਲੁਟੀਂਦੇ ਰਹੇ, ਬਿਲਕੁਲ ਬਿਰਕੇ ਤੱਕ ਨਾ। ਸਿੰਘ ਹੀ ਅਬਦਾਲੀ ਨਾਲ ਟੱਕਰਦੇ ਰਹੇ। ਉਸ ਨੇ ਸਿੰਘਾਂ ਨਾਲ ਸੁਲ੍ਹਾ ਸਫਾਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਿੰਘਾਂ ਦਾ ਜਵਾਬ ਸੀ, ਤੇਰੀ ਸਾਡੀ ਸੁਲ੍ਹਾ, ਅੱਗ ਬਰੂਦ ਦਾ ਕੀ ਮੇਲ। ਜਿਨ੍ਹਾਂ ਖਾਤਰ ਕਦੇ ਤਲਵਾਰਾਂ ਮਿਆਨਾਂ ਵਿੱਚ ਨਾ ਕੀਤੀਆਂ, ਉਹ ਲੂਲੇ ਪਾਂਗਲੇ ਬਣੇ ਤਮਾਸ਼ਾ ਵੇਂਦੇ ਰਹੇ। ਬਾਗਬਾਨ ਨੇ ਆਗ ਦੀ जब आशियाने को मिरे, जिन पे तकिया था वही पत्ते हवा देने लगे। ਅਪ੍ਰੈਲ 1772 ਵਿੱਚ ਅਹਿਮਦ ਸ਼ਾਹ ਮਰਨ ਤੱਕ ਅਤੇ ਫਿਰ ਉਸ ਦੇ ਵੰਸ਼ਜਾਂ ਨਾਲ ਤਲਵਾਰ ਖੜਕਦੀ ਰਹੀ ਅਤੇ ਉਸ ਦੀ ਰਹਿੰਦ ਖੂੰਹਦ ਨੂੰ ਮੁਲਕੋਂ ਕੱਢ ਕੇ ਹੀ ਬੱਸ ਕੀਤੀ। ਦੁਰਾਨੀਆਂ ਦੇ ਵਾਪਸ ਜਾਣ ਤੋਂ ਮਗਰੋਂ ਮੁਗਲ ਰਾਜ ਦਾ ਸਿੱਖਾਂ ਉੱਤੇ ਦਮਨ ਚੱਕਰ ਫਿਰ ਚੱਲ ਪਿਆ। ਫੌਜਾਂ ਹਰ ਵੇਲੇ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਸਿੱਖਾਂ ਦੇ ਸਿਰਾਂ ਤੇ ਹਰ ਪਲ ਮੌਤ ਕੂਕਦੀ ਰਹਿੰਦੀ। ਚਾਰ ਚੁਫੇਰੇ ਜ਼ੁਲਮ ਜ਼ਬਰ ਦਾ ਝੱਖੜ ਚੜ੍ਹਿਆ ਰਹਿੰਦਾ। ਮੀਰ ਮਨੂ ਨੇ ਤਾਂ ਐਸੀ ਅਖੀਰ ਕੀਤੀ ਕਿ ਸਿੰਘ ਉਸ ਨੂੰ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੜਦਾ ਅਸੀਂ ਦੂਣ ਸਵਾਣੇ ਹੋਏ ਉਚਾਰਦੇ ਰਹੇ। ਅਖੀਰ ਉਹ 1752 ਈਸਵੀ ਵਿੱਚ ਸਿੰਘਾਂ ਦੇ ਮਗਰ ਪਿਆ ਹੋਇਆ ਘੋੜੇ ਤੋਂ ਡਿੱਗਾ ਅਤੇ ਘਸੀਟਦਾ ਮਰਿਆ ਅਤੇ ਮਗਰੋਂ ਲੱਥਾ। ਇੱਥੇ ਹੀ ਬਸ ਨਹੀਂ, ਮੁਗਲਾਂ ਦੁਰਾਨੀਆਂ ਨਾਲੋਂ ਵੀ ਵੱਧ ਅਤਿਆਚਾਰ ਚਾਲੂ ਰੱਖਿਆ। ਜ਼ੁਲਮੋ ਸਿਤਕ, ਲੁੱਟ ਕੁੱਟ, ਮਾਰ ਦੀ ਤਾਂ ਪਰਲੋ ਹੀ ਲਿਆ ਛੱਡੀ। ਸਿੱਖਾਂ ਨਾ ਝੁਕਣਾ ਸੀ, ਨਾ ਹੀ ਝੁਕੇ। ਬੇਸ਼ੱਕ ਘਰ ਘਾਟ ਛੱਡ ਕੇ ਝਿੱਲੀ ਜੰਗਲੀ ਪਹਾੜੀ ਜਾ ਟਿਕਾਣੇ ਕੀਤੇ। ਜੰਗਲਾਂ ਦਾ ਮੂਲ ਕੰਦ, ਘਾਹ ਦੀਆਂ ਜੜ੍ਹਾਂ, ਪੱਤੇ ਅਤੇ ਛਿੱਲਾਂ, ਚਸ਼ਮਿਆਂ ਦਾ ਪਾਣੀ, ਇਹੋ ਸਿੰਘਾਂ ਦੀ ਖੁਰਾਕ ਸੀ ਅਤੇ ਹਰ ਵੇਲੇ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ। ਕਈ ਚਿਰ ਲੂਣ ਅਤੇ ਮਿੱਠੇ ਦਾ ਸਵਾਦ ਵੀ ਨਾ ਚੱਖਿਆ। ਚੁਫੇਰੇ ਜ਼ੁਲਮੀ ਕਹਿਰ ਹੀ ਕਹਿਰ। ਅਤਿਆਚਾਰ ਦੇ ਇਹ ਵਰਤਾਰੇ ਸਨ, ਪਰ ਸਿੰਘਾਂ ਨੇ ਹੱਠ ਕਾਇਮ ਰੱਖਿਆ। ਇਹ ਹੱਠ ਮੁਗਲ ਰਾਜ ਲਈ ਜ਼ਹਿਰ ਖਾਣ ਤੁੱਲ ਸੀ, ਜੋ ਮੁਗਲ ਰਾਜ ਦੇ ਨਾਸ਼ ਦਾ ਕਾਰਨ ਬਣਦਾ ਜਾ ਰਿਹਾ ਸੀ। ਇਸੇ ਸੱਚਾਈ ਨੂੰ ਕਹਿਣ ਵਾਲਿਆਂ ਨੇ ਜ਼ਹਿਰ ਦੇ ਪਿਆਲੇ ਕਿਹਾ ਹੈ। ਭੂਰੇ ਅਤੇ ਭੂਰਿਆਂ ਵਾਲੇ। ਭੂਰੇ ਕਈ ਪਿੰਡਾਂ ਦਾ ਨਾਉਂ ਵੀ ਹੈ, ਪਰ ਜਿਨ੍ਹਾਂ ਭੂਰਿਆਂ ਦਾ ਜ਼ਿਕਰ ਇਸ ਕਿਤਾਬ ਵਿੱਚ ਹੋਇਆ ਹੈ ਉਹ ਇੱਕ ਵਿਸ਼ੇਸ਼ ਕਿਸਮ ਦੀ ਉੱਨ, ਊਠ, ਭੇਡ, ਬੱਕਰੀ ਜਾਂ ਯਾਕ ਦੀ ਉੱਨ ਕੱਤ ਕੇ ਬਣਾਏ ਜਾਂਦੇ, ਜੋ ਕਾਫੀ ਮੋਟੇ ਅਤੇ ਮਜ਼ਬੂਤ ਹੁੰਦੇ। ਹੋਰ ਕੱਪੜੇ ਲੱਤੇ ਦਾ ਤਾਂ ਨਾਮ ਹੀ ਨਾ ਲਵੋ। 2 ਕਛਹਿਰੇ, 1 ਚਾਦਰ ਅਤੇ 2 ਭੂਰੇ।
ਇੱਕ ਸਿੰਘ ਦੇ ਆਪਣੇ ਲਈ ਅਤੇ ਦੂਜਾ ਭੂਰਾ ਘੋੜੇ ਲਈ। ਬਸ ਦੋਹਾਂ ਨਾਲ ਹੀ ਸਿਆਲ ਕੱਢ ਲੈਂਦੇ। ਰਵਾਇਤੀ ਹਥਿਆਰ ਸੇਲਾ, ਨੇਜਾ, ਕਿਰਪਾਨ, ਢਾਲਾਂ ਅਤੇ ਅਰਾਕਾ ਸਦਾ ਦੇ ਯਾਰ ਸਨ। ਔਰੰਗਜ਼ੇਬ ਦੇ ਮਗਰੋਂ ਮੁਗਲ ਰਾਜ ਵਿੱਚ ਸਿੱਖ ਬਾਗੀ ਗਰਦਾਨੇ ਗਏ। ਸੱਜੇ ਖੱਬੇ, ਅੱਗੇ ਪਿੱਛੇ ਮੌਤ ਹੀ ਮੌਤ। ਸਿਰ ਤੋੜ ਵਾਲੀ ਗੁਲਾਮੀ। ਸਰਕਾਰ ਪਾਸੋਂ ਨਿਆਂ ਕਿੱਥੋਂ, ਜੋ ਤੁਲੀ ਹੀ ਸਿੱਖਾਂ ਨੂੰ ਮਾਰ ਮੁਕਾਉਣ ਉੱਤੇ ਸੀ। ਉਸ ਸਮੇਂ ਨਿੱਤ ਧਾੜੇ, ਲੁੱਟਾਂ ਖੋਹਾਂ, ਮਾਰ ਕੁਟਾਈ ਅਤੇ ਕਤਲੋ ਗਾਰਤ ਕੀਤੇ ਜਾਂਦੇ। ਸਿੱਖਾਂ ਦੀਆਂ ਖਬਰ ਮਿਲਦਿਆਂ ਹੀ ਗਸ਼ਤੀ ਫੌਜਾਂ ਦੇ ਕਟਕ ਚੜ੍ਹ ਪੈਂਦੇ। ਕਾਬੂ ਆਏ ਸਿੱਖ ਥਾਂ ਤੇ ਹੀ ਕਤਲ ਅਤੇ ਘਰ-ਬਾਰ ਸਾੜਿਆ ਫੂਕਿਆ ਜਾਂਦਾ। ਇਹ ਸੀ ਉਸ ਵੇਲੇ ਦਾ ਸਰਕਾਰੀ ਚਾਲ ਚਲਨ। ਜ਼ਿੰਦਗੀ ਦਾ ਕਾਫੀਆਂ ਅਸਲੋਂ ਤੰਗ ਕਰਨ ਲਈ ਸਖਤ ਡੌਂਡੀ ਪਿਟਵਾਈ ਹੋਈ ਸੀ। ਕੋਈ ਇਹਨਾਂ ਨਾਲ ਵਰਤੋਂ ਵਿਹਾਰ ਨਾ ਰੱਖੇ, ਕੋਈ ਹਟਵਾਣੀਆਂ ਕਿਸੇ ਵੀ ਕਿਸਮ ਦਾ ਸੌਦਾ ਇਹਨਾਂ ਨੂੰ ਨਾ ਦੇਵੇ। ਉਲੰਘਣਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲੇਗੀ। ਫਿਰ ਕਿਹੜਾ ਮਾਈ ਦਾ ਲਾਲ ਮੌਤ ਵਿਹਾਂਜਦਾ। ਜ਼ੁਲਮੋ ਸਿਤਮ, ਬੇਅਨਿਆਈ ਅਤੇ ਮੌਤ ਦੀ ਚੱਕੀ ਦਾ ਜਦ ਅੰਤ ਹੋ ਜਾਏ ਤਾਂ ਇਹ ਇਨਕਲਾਬ ਨੂੰ ਜਨਮ ਦਿੰਦੇ ਹਨ। ਜਿੱਥੇ ਇਹ ਵਰਤਾਰਾ ਹੋਇਆ, ਜ਼ੁਲਮੋ ਆਤਰ ਦੱਬੇ ਕੁਚਲੇ ਉੱਠੇ ਅਤੇ ਧਾਰ ਲਈ ਇੰਜ ਮਰਨ ਨਾਲੋਂ ਜ਼ਾਲਮਾਂ ਜਾਬਰਾਂ ਦੇ ਗਲ ਪੈ ਕੇ ਮਰੀਏ। ਬਸ ਫਿਰ ਮੱਚ ਪਏ ਭਾਂਬੜ। ਤਖਤ ਉਲਟਾ ਅਤੇ ਮਨਮਾਨੀਆਂ ਕਰਨ ਵਾਲੇ ਭੋਰਾ ਭੋਰਾ ਅਤੇ ਰੱਤੀ ਰੱਤੀ ਕੀਤੇ। ਅਤਿਆਚਾਰੀ ਭਾਵੇਂ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ, ਅੰਤ ਹਮੇਸ਼ਾ ਇਹੋ ਹੁੰਦਾ ਆਇਆ ਹੈ। ਸਪੇਨ, ਫਰਾਂਸ, ਅਮਰੀਕਾ, ਰੂਸ, ਹਿੰਦੁਸਤਾਨ, ਈਰਾਨ, ਚੀਨ ਅਤੇ ਕਿਊਬਾ ਦੀਆਂ ਮਿਸਾਲਾਂ ਸਾਹਮਣੇ ਹਨ। ਸਿੱਖਾਂ ਦਾ ਮੁਗਲ ਕੀ ਹਸ਼ਰ ਕਰ ਰਹੇ ਸਨ। ਜਦ ਅੱਤ ਹੋ ਗਈ ਤਾਂ ਜੰਗਲਾਂ, ਬੇਲਿਆਂ ਅਤੇ ਪਹਾੜਾਂ ਦਾ ਆਸਰਾ ਲਿਆ। ਆਸਰਾ ਤਾਂ ਲੱਭ ਲਿਆ, ਪਰ ਖਾਣ ਕੀ ਤੇ ਪਹਿਨਣ ਕੀ। ਮਾਰ ਮੁਕਾਉਣ ਵਾਲੀਆਂ ਫੌਜਾਂ ਵੀ ਮਗਰੇ ਚੱਪਾ ਚੱਪਾ ਫਰੋਲਦੀਆਂ ਅਤੇ ਲੱਭਦੀਆਂ ਫਿਰਨ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ। ਚੂਕਾਰ ਅਜ਼ ਹਮਾ ਹੀਲ ਤੇ ਦਰਗੁਜਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਨਿਸ਼ਚੇ ਕਰ ਆਪਣੀ ਜੀਤ ਕਰੋ। ਉੱਠੇ ਸਿੰਘ ਫਿਰ ਭਵਕਾ ਕੇ ਧਰ ਲਿਆ ਅੱਗੇ ਮੁਗਲਾਂ, ਸੈਯਦਾਂ, ਪਠਾਨਾਂ, ਰੰਗੜਾਂ ਅਤੇ ਗੁੱਜਰਾਂ ਨੂੰ। ਖੱਬੀ ਖਾਨ ਹੰਕਾਰੇ ਹਾਕਮਾਂ ਦੇ ਨਾਸੀ ਧੂੰਆਂ ਚੜਾਉਣ ਲੱਗੇ। ਧਿਆਨ ਦੇਣ ਵਾਲੀ ਗੱਲ ਹੈ ਕਿ ਖਾਨ ਨੂੰ ਰੋਟੀ ਨਹੀਂ, ਕੰਦ ਮੂਲ, ਰੁੱਖ ਦੇ ਪੱਤੇ। ਕਦੇ ਕੋਈ ਸ਼ਿਕਾਰ ਵੀ ਮੈਦਾਨ ਵਿੱਚ ਆ ਕੇ ਲੱਗੇ ਪੱਕੇ ਪਹਿਰਿਆਂ ਵਿੱਚੋਂ ਮਾਰ ਧਾੜ, ਖੋਹਾ ਖੁਹਾਈ, ਜੋ ਖਾਣ ਪੀਣ ਅਤੇ ਲੀੜਾ ਕੱਪੜਾ ਅਤੇ ਹਥਿਆਰ ਘੋੜੇ ਹੱਥ ਆਉਂਦੇ ਲੈ ਕੇ ਜਿੱਧਰੋਂ ਆਉਂਦੇ ਉਧਰੇ ਲੋਪ ਹੋ ਜਾਂਦੇ। ਬੰਦਾ ਸਿੰਘ ਬਹਾਦਰ ਨੇ ਸਤਿਗੁਰਾਂ ਦੀ ਬਖਸ਼ਿਸ਼ ਥਾਪੜਾ ਲਿਆ। ਪੰਜਾਬ ਆਇਆ, ਸਿੰਘ ਇਕੱਠੇ ਕੀਤੇ। ਪੰਜਾਬ ਦਾ ਬਹੁਤ ਵੱਡਾ ਹਿੱਸਾ ਮੁਗਲ ਸਰਕਾਰ ਤੋਂ ਖੋਹ ਕੇ ਖਾਲਸਾ ਰਾਜ ਕਾਇਮ ਕੀਤਾ। ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ। ਮੌਲਵੀ, ਮਲਾਣਿਆਂ, ਕਾਜ਼ੀਆਂ ਦੀ ਕਿਆ ਅਤੇ ਹਾਲ ਪਾਰਿਆਂ ਮੱਚੀ। ਪਰ ਸਰਕਾਰ ਬਾਬਾ ਜੀ ਵਿਰੁੱਧ ਕੁਝ ਨਾ ਕਰ ਸਕੀ। ਬਾਬਾ ਜੀ ਨੇ ਬਾਦਸ਼ਾਹਾਂ ਨਾਲ ਮੱਥਾ ਲਾਇਆ ਅਤੇ ਬੜੇ ਮਾਰ ਕੇ ਮਾਰੇ। ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਪਿੱਛੋਂ ਜ਼ਬਰਦਸਤ ਖਾਨ, ਦਲੇਰੇ ਜੰਗ ਸੂਬਾ ਪੰਜਾਬ, ਜ਼ਕਰੀਆ ਖਾਨ ਬਹਾਦਰ, ਉਸਦਾ ਪੁੱਤਰ ਯਹੀਆ ਖਾਨ, ਸ਼ਾਹ ਨਵਾਜ਼ ਅਤੇ ਦਿੱਲੀ ਦੇ ਵੱਡੇ ਵਜ਼ੀਰ ਦਾ ਪੁੱਤਰ ਮੀਰ ਮੰਨੂ, ਲੱਖੂ ਜੱਸੂ, ਨਾਦਰ ਸ਼ਾਹ, ਅਹਿਮਦ ਸ਼ਾਹ ਵੀ ਜ਼ੋਰ ਲਾ ਥੱਕੇ। ਭੂਰਿਆਂ ਵਾਲਿਆਂ ਨੇ ਈਨ ਨਾ ਮੰਨੀ ਅਤੇ ਨਾ ਝੁਕੇ। ਦੋ ਘੱਲੂ ਘਾਰੇ ਵਰਤਾਏ, ਮੌਤ ਦੇ ਝੱਖੜ ਝੁਲਾਏ ਤਾਂ ਵੀ ਸਿੰਘਾਂ ਰਤੀ ਪਰਵਾਹ ਨਾ ਕੀਤੀ। ਸਿੰਘਾਂ ਆਪਣੀ ਅਣਖ, ਸਬਰ, ਸਿਦਕ ਅਤੇ ਅਕਾਲ ਪੁਰਖ ਦੇ ਭਰੋਸੇ ਨੂੰ ਕਦੇ ਨਾ ਛੱਡਿਆ। ਕਾਜੀ ਨੂਰ ਮੁਹੰਮਦ ਗਜਾਬੇ ਵਾਲਾ, ਮੀਰ ਨਸੀਰ ਖਾਂ ਕਲਾਤ ਵਾਲੇ ਨਾਲ ਆਇਆ, ਜੋ ਅਹਿਮਦ ਸ਼ਾਹ ਦੁਰਾਨੀ ਦੀ ਸਿੱਖਾਂ ਨੂੰ ਮਾਰ ਮੁਕਾਉਣ ਲਈ 12,000 ਘੋੜ ਸਵਾਰਾਂ ਨਾਲ
ਮਦਦ ਕਰਨ ਲਈ ਆਇਆ ਸੀ। ਕਾਜੀ ਜੀ ਨੇ ਸਿੱਖਾਂ ਨੂੰ ਮਰਦਿਆਂ ਵੇਖਣਾ ਅਤੇ ਉਹਨਾਂ ਨੂੰ ਮਾਰਨ ਵਾਲੇ ਖਾਨਾਂ ਦੀਆਂ ਵਾਰਾਂ ਲਿਖਣੀਆਂ ਸਨ। ਉਹ ਸਿੱਖਾਂ ਦਾ ਵੱਡਾ ਵੈਰੀ ਸੀ। ਸਿੱਖਾਂ ਨੂੰ ਸੂਰਖਾਨੇ, ਕਾਫਿਰ, ਦੋਜ਼ਖੀ, ਬਦਰਗੇ, ਸੱਗ ਅਤੇ ਹੋਰ ਬੁਰੇ ਸ਼ਬਦਾਂ ਨਾਲ ਯਾਦ ਕਰਦਾ ਸੀ। ਨੇ ਜਦੋਂ ਅੱਖੀ ਸਿੱਖਾਂ ਦੀ ਬਹਾਦਰੀ ਅਤੇ ਇਖਲਾਕ ਦੀ ਉੱਚਤਾ ਵੇਖੀ ਤਾਂ ਜੰਗਨਾਮੇ ਵਿੱਚ 2.5 ਸਫ਼ੇ ਸਿੰਘਾਂ ਦੀ ਸਿਫਤ ਵਿੱਚ ਲਿਖੇ ਅਤੇ ਉਸ ਦਾ ਪਹਿਲਾ ਸ਼ੇਰ ਸੰਗਾ ਰਾਮ ਗੋ ਸੰਗ ਕੀ ਹਸਤੰਦ ਸ਼ੇਰ ਕੁਜਾ ਸੰਗ ਬਵਦ ਆ ਸ਼ੇਰੇ ਦਲੇਰ, ਭਾਵ ਕੁੱਤੇ ਮਤ ਕਹੋ, ਇਹ ਜੰਗੀ ਸੂਰਮੇ ਸ਼ੇਰ ਕੁੱਤੇ ਕਿਵੇਂ ਹੋ ਸਕਦੇ ਹਨ। ਸਿੰਘਾਂ ਬਾਹਰਲੇ ਧਾੜਵੀਆਂ, ਵਿਸ਼ੇਸ਼ ਤੌਰ ਤੇ ਏਸ਼ੀਆ ਦਾ ਅਜਿੱਤ ਜਰਨੈਲ ਅਖਵਾਉਣ ਵਾਲੇ ਅਹਿਮਦ ਸ਼ਾਹ ਦੁਰਾਨੀ ਨੂੰ ਪੰਜਾਬ ਅਤੇ ਹਿੰਦੁਸਤਾਨ ਤੋਂ ਐਸਾ ਚੱਲਦਾ ਕੀਤਾ ਕਿ ਫਿਰ ਇੱਧਰ ਮੂੰਹ ਕਰਨ ਦੀ ਹਿੰਮਤ ਨਾ ਕੀਤੀ। ਮੁੱਕਦੀ ਗੱਲ, ਸਿੰਘਾਂ ਦੀ ਤਾਕਤ ਦੀ ਦਿੱਖ ਅੱਗੇ ਕੋਈ ਟਿਕ ਨਾ ਸਕਿਆ। ਸ਼੍ਰੀ ਅਕਾਲ ਪੁਰਖ ਉੱਤੇ ਭਰੋਸਾ ਅਤੇ ਆਪਣੇ ਡੋਲਿਆਂ ਦੇ ਬਲ ਨਾਲ ਪੰਜਾਬ ਨੂੰ ਕਬਜ਼ੇ ਹੇਠ ਕਰਕੇ ਆਪਣਾ ਖਾਲਸਾ ਰਾਜ ਕਾਇਮ ਕਰ ਲਿਆ। ਇਹ ਸਨ ਭੂਰਿਆਂ ਵਾਲੇ ਅਤੇ ਭੂਰਿਆਂ ਵਾਲਿਆਂ ਦੀ ਤਾਕਤ, ਜਿਸ ਦੇ ਕਾਬਲ ਕੰਧਾਰ ਤੱਕ ਡੰਕੇ ਵੱਜੇ। ਅੱਜ ਕੱਲ੍ਹ ਦੇ ਖਿਆਲੀ ਨਾਮਧਰੀਕ ਹੈਂਕੜੇਬਾਜ਼ ਸੂਰਮਿਆਂ ਨੇ ਕਦੀ ਵੀ ਸਿੰਘਾਂ ਦਾ ਸਾਥ ਨਾ ਦਿੱਤਾ। ਨਮਕ ਹਰਾਮ ਡੋਗਰਿਆਂ ਅਤੇ ਮੱਕਾਰ ਬਿਪਰਾਂ ਗਦਾਰੀਆਂ ਕਰਕੇ ਨਿੱਜੀ ਹਿੱਤਾਂ ਨਾਲ ਉਸ ਖਾਲਸਾਈ ਰਾਜ ਨੂੰ ਗਰਕ ਕਰ ਦਿੱਤਾ। ਵੱਲੋਂ ਸਵਰਨ ਸਿੰਘ। ਭੂਰਿਆਂ ਵਾਲੇ ਰਾਜੇ ਕੀਤੇ। ਉਪਰੋਕਤ 8 ਸ਼ਬਦਾਂ ਦਾ ਬੰਦ ਪੰਜਾਬ ਵਿੱਚ 18ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਲੈ ਕੇ ਸਦੀ ਦੇ 6ਵੇਂ ਦਹਾਕੇ ਦੇ ਅਖੀਰ ਤੱਕ ਸਿੱਖਾਂ ਅਤੇ ਦਿੱਲੀ ਦੀ ਮੁਗਲ ਸਰਕਾਰ ਦੇ ਵਿਚਕਾਰ ਆਪਸੀ ਵਿਰੋਧ ਅਤੇ ਉਸ ਦੇ ਸਿੱਟਿਆਂ ਵੱਲ ਬੜਾ ਅਰਥ ਭਰਪੂਰ ਸੰਕੇਤ ਕਰਦਾ ਹੈ। ਇਹ ਬੰਦ ਪੰਜਾਬ ਦੇ ਮਹਾਨ ਸੂਫੀ ਸੰਤ ਸਾਈਂ ਬੁੱਲੇ ਸ਼ਾਹ ਦਾ ਮੰਨਿਆ ਜਾਂਦਾ ਹੈ। ਸਾਈਂ ਜੀ ਪੰਜਾਬ ਦੇ ਵਾਸੀ ਹਨ ਅਤੇ ਇਸ ਸਮੇਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਉਹਨਾਂ ਅੱਖੀਂ ਡਿੱਠਾ ਹੈ। ਮੁਗਲਾਂ ਦਾ ਬਾਕੀ ਹਿੰਦੁਸਤਾਨ ਵਾਂਗ ਪੰਜਾਬ ਉੱਤੇ ਪੱਕੇ ਪੈਰੀਂ ਸਥਾਪਿਤ ਰਾਜ, ਘਰਾਂ ਘਾਟਾਂ ਤੋਂ ਕੱਢੇ, ਜੰਗਲਾਂ ਵਿੱਚ ਭੁੱਖੇ ਮਰਦੇ ਸਿੰਘਾਂ ਹੱਥੋਂ ਟੁੱਟਦਾ ਅਤੇ ਉਹਨਾਂ ਦਾ ਆਪਣਾ ਰਾਜ ਬਣਦਾ ਵੀ ਸਾਈਂ ਬੁੱਲੇ ਸ਼ਾਹ ਨੇ ਵੇਖਿਆ। ਮੁਗਲਾਂ ਦਾ ਰੋਬ ਦਾਬ, ਸ਼ਾਨੋ ਸ਼ੌਕਤ, ਗੈਰ ਮੁਸਲਮਾਨਾਂ ਉੱਤੇ ਹਰ ਪ੍ਰਕਾਰ ਦੀ ਧੱਕੇਸ਼ਾਹੀ ਅਤੇ ਬੇਇਨਸਾਫੀ, ਉਹਨਾਂ ਦੇ ਕਿਰਦਾਰ, ਇਖਲਾਕ, ਆਚਰਣ ਅਤੇ ਬਾਹੂਬਲ ਦੀ ਕਮਜ਼ੋਰੀ ਅਤੇ ਗਿਰਾਵਟ ਬੁੱਲੇ ਸ਼ਾਹ ਵੇਖਦਾ ਹੈ। ਦੂਜੇ ਪਾਸੇ ਸਿੰਘਾਂ ਵੱਲੋਂ ਔਖੇ ਸਮੇਂ ਵਿੱਚ ਵੀ ਸਿਦਕ, ਸਬਰ ਅਤੇ ਸੂਰਮਿਆਂ ਵਾਲੇ ਹੱਠ ਨਾਲ ਹਾਲਤਾਂ ਦਾ ਟਾਕਰਾ ਕਰਦਿਆਂ, ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਅਤੇ ਮੁਗਲਾਂ ਨੂੰ ਕਰਾਰੀ ਮਾਰ ਪੈਂਦੀ ਵੇਖ ਕੇ ਇਸ ਸਾਰੇ ਹੋ ਰਹੇ ਪਰਿਵਰਤਨ ਦਾ ਸਿੱਟਾ ਇਹਨਾਂ 8 ਸ਼ਬਦਾਂ ਦੇ ਇੱਕ ਬੰਦ ਵਿੱਚ ਪਰੋ ਕੇ ਰੱਖ ਦਿੰਦਾ ਹੈ। ਮੁਗਲ ਰਾਜ ਦੀ ਸਥਾਪਤੀ 1526 ਈਸਵੀ ਵਿੱਚ ਬਾਬਰ ਦੇ ਹਮਲੇ ਪਿੱਛੋਂ ਹੋਈ, ਜਦ ਪਾਣੀਪਤ ਦੇ ਮੈਦਾਨ ਵਿੱਚ ਇਬਰਾਹਿਮ ਲੋਧੀ ਹਿੰਦੁਸਤਾਨ ਦਾ ਬਾਦਸ਼ਾਹ ਲੜਦਾ ਹੋਇਆ ਮਾਰਿਆ ਗਿਆ ਅਤੇ ਜੇਤੂ ਬਾਬਰ ਏਸ਼ੀਆ ਵਿੱਚ ਬਹੁਤ ਵੱਡੇ ਰਾਜ ਦਾ ਮਾਲਕ ਬਣ ਗਿਆ। ਬਾਬਰ ਦੇ ਹਮਲੇ ਤੋਂ ਪਹਿਲਾਂ ਵੀ ਸਦੀਆਂ ਤੋਂ ਇੱਥੇ ਮੁਸਲਮਾਨ ਬਾਦਸ਼ਾਹ ਰਾਜ ਕਰਦੇ ਆ ਰਹੇ ਸਨ ਅਤੇ ਬਾਬਰ ਦੇ ਆਉਣ ਸਮੇਂ ਵਾਤਾਵਰਨ ਮੁਸਲਮਾਨੀ ਰਾਜ ਵਾਲਾ ਹੀ ਸੀ। ਇਸਲਾਮੀ ਰਾਜ ਦੇ ਨਾਲ ਇਸਲਾਮੀ ਧਰਮ, ਇਸਲਾਮੀ ਸੰਸਕ੍ਰਿਤੀ ਅਤੇ ਸਭਿਅਤਾ ਪਹਿਲਾਂ ਹੀ ਮਜ਼ਬੂਤ ਪੈਰਾਂ ਉੱਤੇ ਖੜ੍ਹੇ ਸਨ। ਹਿੰਦੂ ਜੋ ਆਪਸੀ ਫੁੱਟ ਕਾਰਨ ਆਪਣੇ ਰਾਜ ਤੋਂ ਸਦੀਆਂ ਪਹਿਲਾਂ ਹੱਥ ਧੋ ਬੈਠੇ ਸਨ, ਮੁਸਲਮਾਨਾਂ ਨਾਲੋਂ ਵੱਡੀ ਗਿਣਤੀ ਵਿੱਚ ਕਈ ਗੁਣਾ ਜ਼ਿਆਦਾ ਹੁੰਦੇ ਹੋਏ ਬਲਹੀਨ, ਸਾਹਸਹੀਨ ਹੋਏ ਕਾਇਰਾਂ ਵਾਂਗ ਹਰ ਕਿਸਮ ਦੀਆਂ ਬੇਇੱਜ਼ਤੀਆਂ ਮੱਥੇ ਦੇ ਲੇਖ ਸਮਝ ਕੇ ਝੱਲੀ ਜਾ ਰਹੇ ਸਨ। ਕੋਈ ਹਿੰਦੂ ਦਮ ਨਹੀਂ ਸੀ ਮਾਰ ਰਿਹਾ। ਇਹਨਾਂ ਹਾਲਤਾਂ ਵਿੱਚ ਮੁਗਲ ਰਾਜ ਸਥਾਪਿਤ ਹੋ ਜਾਣਾ ਇੱਕ ਰਾਜ ਪਲਟਾ ਹੀ ਸੀ। ਫਰਕ ਕੇਵਲ ਇਹ ਸੀ ਕਿ ਮੁਗਲ ਬਾਹਰੋਂ ਆਏ ਸਨ ਅਤੇ ਸੱਜਰ ਸ਼ਾਹ ਸਨ।
ਉਹਨਾਂ ਆਪਣੇ ਅਨੁਸ਼ਾਸਨ ਅਤੇ ਬਾਹੂਬਲ ਨਾਲ ਹਿੰਦੁਸਤਾਨ ਦਾ ਕਾਫੀ ਵੱਡਾ ਹਿੱਸਾ ਸਿਰਫ ਦੱਖਣ ਦਾ ਕੁਝ ਹਿੱਸਾ ਛੱਡ ਕੇ ਆਪਣੇ ਤਾਬਿਆ ਕਰ ਲਿਆ। ਬਾਬਰ ਦੇ ਪਿੱਛੋਂ ਹਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ ਅਤੇ ਔਰੰਗਜ਼ੇਬ ਵਾਰੋ-ਵਾਰੀ ਗੱਦੀ ਤੇ ਬੈਠੇ। ਔਰੰਗਜ਼ੇਬ ਸਮੇਂ ਅਰਾਕਾਨ ਦੇ ਪਹਾੜਾਂ ਤੋਂ ਲੈ ਕੇ ਕਾਬਲ, ਕੰਧਾਰ ਅਤੇ ਹਿਰਾਤ ਤੱਕ ਦਾ ਸਾਰਾ ਇਲਾਕਾ ਮੁਗਲ ਰਾਜ ਦੇ ਝੰਡੇ ਥੱਲੇ ਆ ਚੁੱਕਾ ਸੀ। ਉੱਤਰ ਦੱਖਣ ਕਸ਼ਮੀਰ ਤੋਂ ਲੈ ਕੇ ਬੀਜਾਪੁਰ ਅਤੇ ਗੋਲਕੰਡਾ ਤੱਕ ਮੁਗਲ ਰਾਜ ਦੀ ਨੌਬਤ ਵੱਜਦੀ ਸੀ। ਬਾਬਰ ਤੋਂ ਪਿੱਛੋਂ ਔਰੰਗਜ਼ੇਬ ਮੁਗਲ ਰਾਜ ਦਾ 6ਵਾਂ ਬਾਦਸ਼ਾਹ ਹੈ। ਇਸ ਦੇ ਅਤੀ ਵਿਸ਼ਾਲ ਰਾਜ ਦਾ ਸਮਾਂ 1658 ਈਸਵੀ ਤੋਂ 1707 ਈਸਵੀ ਤੱਕ ਹੈ। ਮੁਗਲ ਕਾਲ ਦੇ ਕਮਾਲ ਦਾ ਸਮਾਂ ਹੈ। ਸਿੱਖਾਂ ਵੱਲੋਂ ਦੇਸ਼ ਅਤੇ ਧਰਮ ਖਾਤਰ ਹਥਿਆਰਬੰਦ ਵਿਦਰੋਹ ਦਾ ਆਰੰਭ ਉਸ ਵਕਤ ਹੁੰਦਾ ਹੈ ਜਦ ਮੁਗਲ ਰਾਜ ਦਾ ਕਮਾਲ ਸਿਖਰ ਤੇ ਸੀ। ਇਹ ਵਿਦਰੋਹ ਜਿਉਂ-ਜਿਉਂ ਆਪਣੇ ਨਿਸ਼ਾਨੇ ਵੱਲ ਵਧ ਰਿਹਾ ਸੀ, ਦਿੱਲੀ ਸਰਕਾਰ ਅਤੇ ਲਾਹੌਰ ਸਰਕਾਰ ਦੋ ਪੁੜ ਬਣਦੇ ਜਾ ਰਹੇ ਸਨ, ਜਿਸ ਵਿੱਚ ਵਿਦਰੋਹੀਆਂ ਨੂੰ ਪੀਸ ਦਿੱਤੇ ਜਾਣ ਦੇ ਪੂਰੇ ਯਤਨ ਕੀਤੇ ਜਾ ਰਹੇ ਸਨ। ਔਰੰਗਜ਼ੇਬ ਆਲਮਗੀਰ ਆਪਣੇ ਭਾਈਆਂ ਅਤੇ ਤਖਤ ਦੇ ਹੋਰ ਦਾਅਵੇਦਾਰਾਂ ਨੂੰ ਬਿਲੇ ਲਾ ਕੇ ਆਪਣੇ ਬਾਪ ਸ਼ਾਹਜਹਾਨ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕਰਕੇ 1658 ਈਸਵੀ ਵਿੱਚ ਦਿੱਲੀ ਦੇ ਤਖਤ ਤੇ ਬੈਠਾ। ਪਿੱਛੋਂ ਜਦ ਕੁਝ ਸਮੇਂ ਬਾਅਦ ਦਾਰਾ ਸ਼ਿਕੋ, ਜੋ ਉਸਦਾ ਵੱਡਾ ਭਰਾ ਸੀ, ਫੜਿਆ ਆਇਆ ਤਾਂ ਜਲੀਲ ਕਰਨ ਲਈ ਉਸ ਨੂੰ ਮਾਮੂਲੀ ਜਿਹਾ ਲਿਬਾਸ ਪੁਆ ਇੱਕ ਮਰੀਅਲ ਜਿਹੇ ਹਾਥੀ ਤੇ ਬਿਠਾ ਦਿੱਲੀ ਦੇ ਬਾਜ਼ਾਰਾਂ ਵਿੱਚ ਰੋਲ ਕੇ ਮਾਰਿਆ ਅਤੇ ਉਸਦਾ ਵੱਢਿਆ ਹੋਇਆ ਸਿਰ ਤੋਹਫੇ ਵਜੋਂ ਸ਼ਾਹਜਹਾਨ ਨੂੰ ਘਲਾਇਆ। ਇਹ ਘਟਨਾਵਾਂ ਇਸ ਗੱਲ ਦੀਆਂ ਸੂਚਕ ਸਨ ਕਿ ਆਉਣ ਵਾਲਾ ਰਾਜ ਕਿਹੋ ਜਿਹਾ ਹੋਵੇਗਾ। ਔਰੰਗਜ਼ੇਬ ਦੀ ਸੋਚ ਉੱਤੇ ਮਲਾਣਿਆਂ ਦਾ ਉਹ ਤਬਕਾ ਹਾਵੀ ਸੀ ਜਿਨ੍ਹਾਂ ਦੀ ਸਰਦਾਰੀ ਸ਼ੇਖ ਅਹਿਮਦ ਸਰਹੰਦੀ ਨਕਸ਼ਬੰਦੀ ਦੀ ਸੋਚ ਵਾਲੇ ਉਸਦੇ ਪੋਤਿਆਂ ਦੇ ਹੱਥ ਵਿੱਚ ਸੀ। ਆਲਮਗੀਰ ਇਸ ਘਰਾਣੇ ਦਾ ਬੜਾ ਕੱਟੜ ਪੈਰੋਕਾਰ ਸੀ। ਹਿੰਦੁਸਤਾਨ, ਜੋ ਔਰੰਗਜ਼ੇਬ ਦੀ ਨਿਗਾਹ ਵਿੱਚ ਦਾਰੂ-ਉਲ ਹਰਬ ਕਾਫਰਾਂ ਦੇ ਹੋਣ ਕਰਕੇ ਬਦ-ਅਮਨ ਖਿੱਤਾ ਧਰਮ ਪੱਖੋਂ ਅਸ਼ਾਂਤ ਖੰਡ ਸੀ, ਨੂੰ ਉਹ ਦਾਰ-ਉਲ ਇਸਲਾਮ ਕਾਫਰਾਂ ਤੋਂ ਰਹਿਤ ਅਮਨ ਚੈਨ ਵਾਲਾ ਖਿੱਤਾ ਬਣਾਉਣਾ ਚਾਹੁੰਦਾ ਸੀ। ਇਸ ਕੰਮ ਦੀ ਸੀਖ ਇਸ ਕੱਟੜਪੰਥੀ ਮੌਲਾਨਾਵਾਦ ਦੇ ਮੋਢੀ ਘਰਾਣੇ ਵੱਲੋਂ ਹੀ ਸੀ। 1675 ਈਸਵੀ ਵਿੱਚ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰਵਾ ਕੇ ਆਪਣੇ ਵੱਲੋਂ ਹਿੰਦੂਆਂ ਨੂੰ ਆਤਮ ਬਲ ਪ੍ਰਦਾਨ ਕਰਨ ਵਾਲੇ ਅਤੇ ਉਹਨਾਂ ਦੇ ਧਰਮ ਰੱਖਿਅਕ ਵਜੋਂ ਵਾਂਝਿਆ ਕਰਕੇ ਅਤੇ ਇੰਜ ਉਹਨਾਂ ਨੂੰ ਸਾਹਸਹੀਣ ਕਰਕੇ ਆਪਣੇ ਦਾਰੂ-ਉਲ ਇਸਲਾਮ ਨਿਸ਼ਾਨੇ ਦੀ ਪੂਰਤੀ ਲਈ ਰਾਹ ਸਾਫ਼ ਕਰ ਲਿਆ ਸੀ। ਔਰੰਗਜ਼ੇਬ ਦੇ ਰਾਜਕਾਲ ਸਮੇਂ ਹਿੰਦੂਆਂ ਉੱਤੇ ਕੀ ਬੀਤਦੀ ਸੀ, ਇਸ ਵਿਸਥਾਰ ਵਿੱਚ ਜਾਣ ਦੀ ਇੱਥੇ ਗੁੰਜਾਇਸ਼ ਨਹੀਂ। ਇੰਨਾ ਕਹਿ ਦੇਣਾ ਹੀ ਕਾਫੀ ਹੈ ਕਿ ਔਰੰਗਜ਼ੇਬ ਦਾ ਦੌਰ ਮੁਗਲ ਕਾਲ ਦਾ ਸਿਖਰ ਸੀ, ਭਾਵ ਜਿੱਥੇ ਹਰ ਦੂਸਰੇ ਪੱਖੋਂ ਕਮਾਲ ਸੀ, ਉੱਥੇ ਜ਼ੁਲਮ ਵੀ ਸਿਖਰਾਂ ਤੇ ਜਾ ਪੁੱਜਾ ਸੀ। 1707 ਈਸਵੀ ਵਿੱਚ ਔਰੰਗਜ਼ੇਬ ਦੀ ਮੌਤ ਨਾਲ ਮੁਗਲ ਰਾਜ ਦਾ ਸਿਖਰ ਦੁਪਹਿਰ ਦਾ ਚਮਕਦਾ ਸੂਰਜ ਝਟਪਟ ਪਤਨ ਦੀ ਸਾਂਝ ਦੀ ਭਿਆਨਕ ਸ਼ਾਮ ਦੀ ਸਿਆਹੀ ਵਿੱਚ ਡੁੱਬਣ ਲੱਗਾ। ਇਸ ਤੋਂ ਪਿੱਛੋਂ ਮੁਗਲ ਰਾਜ ਦਾ ਪੰਜਾਬ ਉੱਤੇ ਅਤਿਆਚਾਰ ਦਿਨੋਂ ਦਿਨ ਵਧਣ ਲੱਗਾ। ਬਾਦਸ਼ਾਹ ਆਲਮਗੀਰ ਆਪਣੀ ਉਮਰ ਦੇ ਆਖਰੀ 25 ਸਾਲ ਦੱਖਣ ਦੀਆਂ ਲੜਾਈਆਂ ਵਿੱਚ ਰੁੱਝਾ ਰਿਹਾ ਅਤੇ ਉੱਥੇ ਹੀ 1707 ਈਸਵੀ ਵਿੱਚ ਅਹਿਮਦਨਗਰ ਮਹਾਰਾਸ਼ਟਰ ਵਿਖੇ ਉਸ ਦਾ ਅੰਤ ਹੋ ਗਿਆ। ਉਸ ਸਮੇਂ ਵੀ ਉਸ ਵੱਲੋਂ ਨਿਯੁਕਤ ਕੀਤੇ ਹੋਏ ਸੂਬੇਦਾਰ ਹੀ ਮੁਲਤਾਨ, ਲਾਹੌਰ, ਸਰਹੰਦ ਅਤੇ ਕਸ਼ਮੀਰ ਉੱਤੇ ਰਾਜ ਕਰਦੇ ਸਨ। ਬੁੱਲੇ ਸ਼ਾਹ ਕੋਈ ਇਤਿਹਾਸਕਾਰ ਨਹੀਂ ਹੈ, ਉਹ ਇੱਕ ਸੂਫੀ ਸੰਤ ਹੈ ਅਤੇ ਪੰਜਾਬੀ ਦਾ ਇੱਕ ਉੱਚ ਕੋਟੀ ਦਾ ਕਵੀ ਹੈ। ਉਹ ਆਪਣੇ ਸਮੇਂ ਨੂੰ ਰਾਜਗਰਦੀ ਜਾਂ ਰਾਮ ਰੌਲੇ ਦਾ ਸਮਾਂ ਕਹਿੰਦਾ ਹੈ। ਇਸ ਗੜਬੜ ਵਾਲੇ ਦੌਰ ਦਾ ਉਸਦੇ ਮਨ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਸੀ। ਉਸਨੇ ਜੋ ਜ਼ੁਲਮ ਜ਼ਬਰ ਹੁੰਦਾ ਵੇਖਿਆ, ਨਿਰਪੱਖ ਹੋ ਕੇ ਉਹ ਲਿਖ ਦਿੱਤਾ।
ਉਹ ਅਨਿਆਂ ਅਤੇ ਜ਼ੁਲਮ ਉੱਤੇ ਡਾਢਾ ਅਫਸੋਸ ਕਰਦਾ ਹੈ ਅਤੇ ਜ਼ਾਲਮ ਨੂੰ ਲਾਹਨਤ ਮਲਾਮਤ ਕਰਦਾ ਹੈ। ਇਹ ਉਸ ਦਾ ਨਿਰਾਸ਼ਵਾਦੀ ਰਾਗ ਬੇਈਮਾਨੀ ਜਾਂ ਨਿਰਮੂਲ ਨਹੀਂ ਹੈ, ਇਹ ਅਸਲੀਅਤ ਦਾ ਡੀਠ ਵਰਣਨ ਕਰਦਾ ਹੈ। ਉਸ ਦੇ ਤੱਥਾਂ ਤੇ ਆਧਾਰਿਤ ਸੰਕੇਤ ਇਤਿਹਾਸ ਪੱਖੋਂ ਅਕੱਟ ਸਬੂਤ ਅਤੇ ਬੇਮੁੱਲਾ ਇਤਿਹਾਸਿਕ ਸਰਮਾਇਆ ਹਨ। ਸਾਈਂ ਬੁੱਲ੍ਹੇ ਸ਼ਾਹ, ਔਰੰਗਜ਼ੇਬ, ਸ਼੍ਰੀ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ, ਬਹਾਦਰ ਸ਼ਾਹ, ਅਬਦੁਸਮਦ ਖਾਨ ਅਤੇ ਜ਼ਕਰੀਆ ਖਾਨ ਜੋ ਪੰਜਾਬ ਦੇ ਸੂਬੇਦਾਰ ਅਤੇ ਪਿਓ ਪੁੱਤ ਵੀ ਸਨ, ਬਾਦਸ਼ਾਹ ਫਰੁਖਸ਼ੀਰ, ਸੱਯਦ ਭਰਾ ਜਹਾਂਦਾਰ ਸ਼ਾਹ, ਮੁਹੰਮਦ ਸ਼ਾਹ ਰੰਗੀਲਾ, ਉਸ ਦਾ ਪੁੱਤਰ ਅਹਿਮਦ ਸ਼ਾਹ, ਭਾਈ ਤਾਰੂ ਸਿੰਘ, ਦੀਵਾਨ ਲਖਪਤ ਰਾਏ, ਜਸਪਤ ਰਾਏ, ਯਹੀਆ ਖਾਂ, ਮੀਰ ਮੰਨੂ, ਦੀਵਾਨ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਮਣੀ ਸਿੰਘ, ਬਾਬਾ ਦੀਪ ਸਿੰਘ, ਨਾਦਰ ਸ਼ਾਹ, ਅਹਿਮਦ ਸ਼ਾਹ, ਮੱਸਾ ਰੰਗੜ, ਸੁੱਖਾ ਸਿੰਘ, ਮਤਾਬ ਸਿੰਘ ਆਦਿ ਸਿੰਘਾਂ ਦਾ ਸਮਕਾਲੀ ਹੈ। ਉਸ ਨੇ ਵੱਖ-ਵੱਖ ਪੱਖਾਂ ਦਾ ਵਿਰੋਧ ਅਤੇ ਇਹਨਾਂ ਦੇ ਜੰਗਾਂ ਯੁੱਧਾਂ ਨੂੰ ਅੱਖੀਂ ਡਿੱਠਾ ਹੈ। ਸਮੇਂ ਦਾ ਹਾਜ਼ਰ ਗਵਾਹ ਹੈ। 1680 ਈਸਵੀ ਤੋਂ ਲੈ ਕੇ 1758 ਈਸਵੀ ਤੱਕ ਸਿੱਖਾਂ ਦਾ ਬੜੀ ਬੇਦਰਦੀ ਨਾਲ ਹੁੰਦਾ ਕਤਲਾਮ ਤੱਕਿਆ। ਦੀਵਾਨ ਲਖਪਤ ਨੇ ਆਪਣੇ ਭਰਾ ਦੇ ਬਦਲੇ ਲਈ ਸਿੱਖਾਂ ਨੂੰ ਮਲੀਆਮੇਟ ਕਰ ਦੇਣ ਲਈ ਕਸਮ ਖਾਧੀ ਸੀ। ਸਿੱਟੇ ਵਜੋਂ ਮਾਸੂਮਾਂ ਦੇ ਕਤਲ ਨਾਲ ਪਹਿਲਾ ਘੱਲੂਘਾਰਾ 2 ਜੇਠ 1746 ਈਸਵੀ ਨੂੰ ਵਾਪਰਿਆ। ਇਹ ਉਸ ਸਮੇਂ ਦੀ ਬੜੀ ਦਰਦਨਾਕ ਘਟਨਾ ਸੀ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਵਰਗੇ ਜਰਵਾਣਿਆਂ ਦੇ ਹਮਲੇ ਤੇ ਹੋਣ ਵਾਲੀ ਲੁੱਟ ਅਤੇ ਤਬਾਹੀ ਦੇ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਹਨ। ਉਹ ਆਪਣੇ ਵਿਸ਼ਵਾਸ ਉੱਤੇ ਦ੍ਰਿੜ ਹੈ ਅਤੇ ਪੱਖਪਾਤ ਤੋਂ ਬੁਲੰਦ ਹੋ ਕੇ ਆਪਣੀ ਮਸਤ ਚਾਲੇ ਤੁਰਦਾ ਹੋਇਆ ਬਹੁਮੁੱਲੇ ਇਸ਼ਾਰੇ ਕਰ ਜਾਂਦਾ ਹੈ। ਉਸ ਦੀਆਂ ਅੱਖਾਂ ਦੇ ਸਾਹਮਣੇ ਮਜ਼ਬੂਤ ਅਤੇ ਵਿਸ਼ਾਲ ਮੁਗਲ ਰਾਜ ਸਿੱਖਾਂ ਹੱਥੋਂ ਟੁੱਟਦਾ ਹੈ ਅਤੇ ਬੰਦਾ ਸਿੰਘ ਪਹਿਲਾ ਸਿੱਖ ਰਾਜ ਸਥਾਪਿਤ ਕਰਦਾ ਹੈ। ਇਸ ਸ਼੍ਰੋਮਣੀ ਸੂਫੀ ਸੰਤ ਨੇ ਪੰਜਾਬ ਦੀ ਤਰਸਯੋਗ ਹਾਲਤ ਨੂੰ ਨੇੜੇ ਹੋ ਕੇ ਵੇਖਿਆ ਅਤੇ ਮਹਿਸੂਸ ਕੀਤਾ ਹੈ। ਉਸ ਨੇ ਦਿੱਲੀ ਵਿੱਚ ਚਾਂਦਨੀ ਚੌਕ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹੋਈ ਸ਼ਹਾਦਤ ਬਾਰੇ ਵੀ ਸੁਣਿਆ ਸੀ ਅਤੇ ਇਸ ਦੇ ਜੋ ਕਾਰਨ ਸਨ ਉਹਨਾਂ ਦਾ ਵੀ ਉਸ ਨੂੰ ਪਤਾ ਸੀ। ਇਸ ਲਈ ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਮਿਸਾਲ ਅਤੇ ਅਡੋਲ ਦ੍ਰਿੜਤਾ ਦਰਸਾਉਣ ਵਾਲਾ ਗਾਜੀ ਅਰਥਾਤ ਸਰਵਸ਼੍ਰੇਸ਼ਟ ਧਰਮਵੀਰ ਕਰਕੇ ਮੰਨਿਆ ਹੈ। ਆਪਣੇ ਧਰਮ ਦੀ ਆਨ ਸ਼ਾਨ ਲਈ ਮਰ ਮਿਟਣ ਵਾਲੇ ਬਹੁਤ ਮਹਾਂਪੁਰਸ਼ ਹੋਏ ਹਨ, ਪਰ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਉਸ ਧਰਮ ਲਈ ਹੈ ਜਿਸ ਦਾ ਉਹ ਧਾਰਨੀ ਵੀ ਨਹੀਂ ਹੈ। ਉਸ ਸਮੇਂ ਦੀ ਇਸ ਮਹਾਨ ਘਟਨਾ ਦਾ ਆਪਣੀ ਕਵਿਤਾ ਵਿੱਚ ਬੜਾ ਸੋਹਣਾ ਜ਼ਿਕਰ ਕੀਤਾ ਹੈ। ਕਿਤੇ ਚੋਰ ਬਣੇ ਕਿਤੇ ਗਾਜੀ ਹੋ, ਕਿਤੇ ਮਿੰਬਰ ਅਤੇ ਬਹਿ ਵਾਜੀ ਹੋ, ਕਿਤੇ ਤੇਗ ਬਹਾਦਰ ਗਾਜੀ ਹੋ, ਆਪੇ ਆਪਣਾ ਕਟਕ ਬਣਾਈਦਾ, ਹੁਣ ਕਿਸ ਤੋਂ ਆਪਣਾ ਆਪ ਛੁਪਾਈਦਾ। ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਯੁੱਧਾਂ ਨੂੰ ਉਸਨੇ ਤੱਕਿਆ, ਉਹਨਾਂ ਚਿੜੀਆਂ ਤੋਂ ਬਾਜ਼ ਤੁੜਵਾਏ। ਇਸ ਦਾ ਪ੍ਰਭਾਵ ਸਾਰੇ ਇਤਿਹਾਸਕਾਰਾਂ ਤੋਂ ਪਿੱਛੋਂ ਆਉਣ ਵਾਲੇ ਕਵੀਆਂ ਅਤੇ ਲੇਖਕਾਂ ਵਾਂਗ ਬੁੱਲ੍ਹੇ ਸ਼ਾਹ ਨੇ ਵੀ ਕਬੂਲਿਆ। ਬਾਜ਼ਾਂ ਨੂੰ ਖਰਗੋਸ਼ਾਂ ਖਾਧਾ, ਜੁਰੇ ਚਿੜੀਆਂ ਮਾਰ ਗਵਾਏ, ਭੂਰਿਆਂ ਵਾਲੇ ਰਾਜੇ ਕੀਤੇ, ਰਾਜੇ ਭੀਖ ਮੰਗਾਏ। 20ਵੀਂ ਸਦੀ ਵਿੱਚ ਸ਼ਾਇਰੇ ਮਸ਼ਰਕ ਅਲਾਮਾ ਇਕਬਾਲ ਨੇ ਆਪਣੇ ਉਰਦੂ ਕਲਾਮ ਵਿੱਚ ਇੰਜ ਅੰਕਿਤ ਕੀਤਾ ਹੈ। ਕੰਜ ਸ਼ਕੇ ਫਰਮਾਇਆ ਕੋ ਸ਼ਾਹੀ ਸੇ ਲੜਾ ਦੋ। ਕੰਜ ਸ਼ਕ ਭਾਵ ਚਿੜੀ, ਫਰਮੋਇਆ ਭਾਵ ਨਿਮਾਣੀ, ਕਮਜ਼ੋਰ ਜਿਹੀ, ਸ਼ਾਹੀ ਭਾਵ ਬਾਜ। ਪ੍ਰਸਿੱਧ ਲਿਖਾਰੀ ਬਾਂਕੇ ਬਿਹਾਰੀ ਨੇ ਆਪਣੀ ਪੁਸਤਕ ਸੂਫੀਜ਼ ਮਿਸਟਰ ਐਂਡ ਜੋਗੀਜ਼ ਆਫ ਇੰਡੀਆ ਭਾਰਤੀ ਵਿਦਿਆ ਭਵਨ ਬੰਬੇ 1962 ਦੇ ਪੰਨਾ 140 ਤੇ ਜ਼ਿਕਰ ਕੀਤਾ ਹੈ ਕਿ ਸਾਈਂ ਬੁੱਲ੍ਹੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਮਿਲਿਆ। ਉਸ ਨੇ ਬੜੇ ਦੁਖੀ ਹਿਰਦੇ ਨਾਲ ਹਿੰਦੂ ਸੰਤਾਂ ਦੇ ਔਰੰਗਜ਼ੇਬ ਦੀ ਹਕੂਮਤ ਹੱਥੋਂ ਬੇਰਹਿਮੀ ਨਾਲ ਕਤਲ ਹੋਣ ਬਾਰੇ ਵੀ ਸੁਣਿਆ ਸੀ। ਮੁਸਲਮਾਨ
ਬੇਨਫਾ ਸੂਫੀ ਸੰਤ ਸਾਈਂ ਸਰਮਦ ਵੀ ਔਰੰਗਜ਼ੇਬ ਦੇ ਹੁਕਮ ਨਾਲ ਹੀ ਦਿੱਲੀ ਵਿੱਚ ਕਤਲ ਕੀਤਾ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗਰੀਬਾਂ ਮਜ਼ਲੂਮਾਂ ਨੂੰ ਉਭਾਰਨ ਅਤੇ ਦੇਸ਼ ਧਰਮ ਦੀ ਰੱਖਿਆ ਦੀ ਲਹਿਰ ਜੋ ਯੁੱਗ ਦਾ ਬੇਨਜ਼ੀਰ ਇਨਕਲਾਬ ਸੀ ਤੋਂ ਵੀ ਉਹ ਬਹੁਤ ਪ੍ਰਭਾਵ ਗ੍ਰਹਿਣ ਕਰਦਾ ਹੈ। ਜ਼ਮਾਨਾ ਕਿਸ ਰੁੱਖ ਕਿਸ ਗਤੀ ਨਾਲ ਚੱਲ ਰਿਹਾ ਸੀ, ਬੁੱਲੇ ਸ਼ਾਹ ਇਸ ਦੀ ਨਬਜ਼ ਪਛਾਣਦਾ ਸੀ। ਉਸ ਦਾ ਅਨੁਭਵ ਅਤੇ ਦੂਰ ਦ੍ਰਿਸ਼ਟੀ ਬਹੁਤ ਵੱਡੀਆਂ ਸੱਚਾਈਆਂ ਤੱਕ ਰਹੇ ਸਨ। ਤਾਈਓ ਤਾਂ ਉਸਨੇ ਇਸ ਅਟਲ ਸੱਚਾਈ ਦਾ ਪ੍ਰਗਟਾਵਾ ਕੀਤਾ ਜੋ ਦਿਨ ਦੀ ਸਫੈਦੀ ਵਾਂਗ ਸੱਚ ਹੈ। ਉਹਦਾ ਕੌਲ ਹੈ, ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁन्नत ਹੋਤੀ ਸਭ ਕੀ। ਜ਼ਮਾਨਾ ਬੜੀ ਤੇਜ਼ੀ ਨਾਲ ਕਰਵਟ ਬਦਲ ਰਿਹਾ ਸੀ। ਚਾਰ ਚੁਫੇਰੇ ਸਭ ਕੁਝ ਉਲਟ ਪੁਲਟ ਹੋ ਰਿਹਾ ਸੀ। ਸਿਆਣਿਆਂ ਦਾ ਕਥਨ ਹੈ ਕਿ ਹਵਾ ਵਗੇ ਤਾਂ ਸੱਪਾਂ ਚੂਹਿਆਂ ਦੀਆਂ ਖੁੱਡਾਂ ਵਿੱਚ ਵੀ ਜਾ ਲੱਗਦੀ ਹੈ। ਸੂਰਜ ਉਦੇ ਹੁੰਦਿਆਂ ਨਜ਼ਰ ਵਾਲੇ ਜਾਂਚ ਲੈਂਦੇ ਹਨ ਕਿ ਆਉਣ ਵਾਲਾ ਦਿਨ ਕਿਹੋ ਜਿਹਾ ਹੋਵੇਗਾ। ਇਨਕਲਾਬ ਦੇ ਚੜ੍ਹ ਰਹੇ ਤੂਫਾਨਾਂ ਨੂੰ ਬੁੱਲੇ ਸ਼ਾਹ ਨੇ ਵੀ ਭਾਂਪ ਲਿਆ ਸੀ। ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸੱਜਣ ਦੇ ਪਾਏ, ਸੱਚਿਆਂ ਨੂੰ ਮਿਲਦੇ ਧੱਕੇ ਝੂਠੇ ਕੋਲ ਬਹਾਏ। ਪਰਜਾ ਖਾਸ ਕਰਕੇ ਗੈਰ ਮੁਸਲਮਾਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਮਾੜੇ ਬੁਰੀ ਤਰ੍ਹਾਂ ਨਪੀੜੇ ਜਾ ਰਹੇ ਸਨ ਅਤੇ ਤਕੜੇ ਦਿਨੋਂ ਦਿਨ ਹੋਰ ਤਕੜੇ ਹੋਈ ਜਾ ਰਹੇ ਸਨ। ਮੁਗਲਾਂ ਦੀ ਰਾਜ ਸ਼ਕਤੀ ਘੁੰਮਣ ਘੇਰੀ ਵੱਲ ਵੱਧ ਰਹੀ ਸੀ। ਇਹ ਰਾਜ ਚੋਟੀ ਤੇ ਜਾ ਕੇ ਨਿਘਾਰ ਦੀ ਢਲਵਾਣੇ ਪੈ ਚੁੱਕਾ ਸੀ। ਉਸ ਸਮੇਂ ਪੰਜਾਬ ਉੱਤੇ ਦਿੱਲੀ, ਕਾਬਲ ਜਾਂ ਮੁਲਤਾਨ ਤੋਂ ਭੇਜੇ ਹੋਏ ਸੂਬੇਦਾਰ ਰਾਜ ਕਰਦੇ ਸਨ। ਔਰੰਗਜ਼ੇਬ ਦੀ ਮੌਤ ਤੋਂ ਪਿੱਛੋਂ ਬਾਦਸ਼ਾਹ ਬਹਾਦਰ ਸ਼ਾਹ 1907 ਈਸਵੀ ਤੋਂ 1712 ਈਸਵੀ ਤੱਕ, ਜਹਾਂਦਾਰ ਸ਼ਾਹ 1712 ਈਸਵੀ ਤੋਂ 1713 ਈਸਵੀ ਤੱਕ, ਫਰੁਖਸ਼ੀਰ 1713 ਈਸਵੀ ਤੋਂ 1719 ਈਸਵੀ ਤੱਕ, ਮੁਹੰਮਦ ਸ਼ਾਹ ਰੰਗੀਲਾ 1719 ਈਸਵੀ ਤੋਂ 1748 ਈਸਵੀ ਤੱਕ, ਅਹਿਮਦ ਸ਼ਾਹ 1748 ਈਸਵੀ ਤੋਂ 1754 ਈਸਵੀ ਤੱਕ ਅਤੇ ਆਲਮਗੀਰ ਸਾਨੀ 1754 ਈਸਵੀ ਤੋਂ 1759 ਈਸਵੀ ਤੱਕ ਵਾਰੋ ਵਾਰੀ ਇਹ ਮੁਗਲ ਬਾਦਸ਼ਾਹ ਦਿੱਲੀ ਦੇ ਤਖਤ ਤੇ ਬੈਠੇ। ਦਿੱਲੀ ਦੇ ਬਾਦਸ਼ਾਹ ਵੱਲੋਂ ਹੀ ਸੂਬਿਆਂ ਅਤੇ ਸੂਬੇਦਾਰ ਨਿਯੁਕਤ ਕੀਤੇ ਜਾਂਦੇ ਸਨ ਜੋ ਵਾਸਤਵ ਵਿੱਚ ਰਾਜ ਕਰਦੇ ਸਨ। ਉਹ ਆਪਣੇ ਸੂਬਿਆਂ ਵਿੱਚ ਹਰ ਤਰ੍ਹਾਂ ਦੀ ਸਿਆਹੀ ਸਫੈਦੀ ਦੇ ਮਾਲਕ ਹੁੰਦੇ ਸਨ ਅਤੇ ਕਈ ਵਾਰ ਆਪਣੀਆਂ ਮਨਮਾਨੀਆਂ ਵੀ ਕਰਨੋਂ ਨਹੀਂ ਹਟਦੇ ਤੇ ਝਿਜਕਦੇ ਸਨ। ਇਹ ਸੂਬੇਦਾਰ ਬਦਲਦੇ ਰਹਿੰਦੇ ਸਨ। ਜਿਉਂ-ਜਿਉਂ ਦਿੱਲੀ ਦੇ ਬਾਦਸ਼ਾਹ ਕਮਜ਼ੋਰ ਹੁੰਦੇ ਗਏ, ਸੂਬਿਆਂ ਦੇ ਹਾਕਮਾਂ ਦੀ ਤਾਕਤ ਵੱਧਦੀ ਗਈ। ਇਹ ਸੂਬੇਦਾਰ ਆਪਣੇ ਆਪ ਨੂੰ ਇਸ ਤਰ੍ਹਾਂ ਨਾਲ ਆਜ਼ਾਦ ਅਤੇ ਖੁਦਮੁਖਤਿਆਰ ਸਮਝਣ ਲੱਗੇ। ਇਹ ਲੋਕ ਬੜੇ ਮੌਕਾ ਸ਼ਨਾਖ, ਖੁਸ਼ਾਮਦੀ, ਥੋੜ੍ਹਾ ਨੂੰ ਬਹੁਤੀ ਅਤੇ ਬਹੁਤੀ ਨੂੰ ਥੋੜ੍ਹੀ ਕਰਕੇ ਵਿਖਾਉਣ ਵਾਲੇ ਅਤੇ ਚੜ੍ਹਦੇ ਸੂਰਜ ਨੂੰ ਸਲਾਮ ਕਰਨਾ ਆਪਣਾ ਧਰਮ ਸਮਝਦੇ ਸਨ। ਇਹਨਾਂ ਦੀ ਹਰ ਕੋਸ਼ਿਸ਼ ਹੁੰਦੀ ਸੀ ਕਿ ਸੂਬੇਦਾਰੀ ਦੀ ਗੱਦੀ ਉਹਨਾਂ ਦੇ ਘਰ ਵਿੱਚ ਹੀ ਰਹੇ। ਇਸ ਖਾਤਰ ਉਹ ਹਰ ਤਰ੍ਹਾਂ ਦੇ ਹੱਥਕੰਡੇ, ਹੇਰਾ ਫੇਰੀਆਂ ਅਤੇ ਸਾਜ਼ਿਸ਼ਾਂ ਕਰਦੇ ਰਹਿੰਦੇ, ਲਾਈ ਬੁਝਾਈ ਕਰਦੇ। ਲੋੜ ਪਵੇ ਤਾਂ ਦਿੱਲੀ ਦਰਬਾਰਾਂ ਨੂੰ ਅੱਖਾਂ ਵਿਖਾ ਕੇ ਆਪਣੇ ਨਿਸ਼ਾਨੇ ਵਿੱਚ ਬਹੁਤ ਹੱਦ ਤੱਕ ਸਫਲ ਹੋ ਜਾਂਦੇ। ਔਰੰਗਜ਼ੇਬ ਦੀ ਮੌਤ ਪਿੱਛੋਂ ਇਹ ਸੂਬੇਦਾਰ ਕਾਬਲ, ਕੰਧਾਰ ਅਤੇ ਈਰਾਨ ਵੱਲ ਸਿਆਸੀ ਸੌਦੇਬਾਜ਼ੀਆਂ ਲਈ ਝਾਕਣ ਲੱਗ ਪਏ। ਇਹ ਹਰ ਬਾਹਰਲੇ ਹਮਲਾ ਆਵਰ ਨੂੰ ਸੰਯੋਗ ਦਿੰਦੇ, ਕਦੀ ਸਾਜ਼ਿਸ਼ ਕਰਕੇ ਬਾਹਰਲਿਆਂ ਜਰਵਾਣਿਆਂ ਨੂੰ ਆਪ ਹੀ ਬੁਲਾ ਲੈਂਦੇ ਅਤੇ ਕਦੀ ਬੁਲਾ ਕੇ ਫੇਰ ਦਿੱਲੀ ਨਾਲ ਗਾਂਢਾ ਸਾਂਢਾ ਕਰਕੇ ਵਾਅਦੇ ਤੋਂ ਮੁੱਕਰ ਜਾਂਦੇ ਅਤੇ ਆਉਣ ਵਾਲੇ ਨੂੰ ਕਸੂਤਾ ਫਸਾ ਦਿੰਦੇ। ਇਹਨਾਂ ਦਾ ਕੋਈ ਧਰਮ, ਤਿਜਾ ਜਾਂ ਦੀਨਮਾਨ ਨਹੀਂ ਸੀ। ਇਹਨਾਂ ਨੂੰ ਸਿਰਫ ਆਪਣਾ ਹੀ ਹਿੱਤ ਪਿਆਰਾ ਹੁੰਦਾ ਸੀ। ਇਸ ਖਾਤਰ ਇਹ ਥਾਲੀ ਦੇ ਬੈਂਗਣ ਵਾਂਗ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਦੇਸ਼ ਕੌਮ ਨਾਲ ਇਹਨਾਂ ਨੂੰ ਕੋਈ ਗਰਜ ਨਹੀਂ ਸੀ। ਇੱਕ ਗੱਲ ਤੇ ਇਹਨਾਂ ਦਾ ਨਿਸ਼ਾਨਾ ਇੱਕੋ ਸੀ, ਪੰਜਾਬ ਵਿੱਚ ਉੱਠ ਰਹੀ ਕੌਮੀ ਲਹਿਰ ਜਿਸ ਦੇ ਮੋਢੀ ਸਿੱਖ ਸਨ, ਉਹਨਾਂ ਨੂੰ ਪੂਰੀ ਤਰ੍ਹਾਂ ਕੁਚਲ ਦੇਣਾ।
ਸਾਰੇ ਹੀ ਪਹਿਲੇ ਨਾਲੋਂ ਬਾਜੀ ਲੈਣ ਵਿੱਚ ਆਪਣਾ ਪੂਰਾ ਤਾਣ ਲਾ ਦਿੰਦੇ। ਇਹਨਾਂ ਸੂਬੇਦਾਰਾਂ ਨੇ ਇੱਕ ਦੂਜੇ ਨਾਲੋਂ ਵੱਧ ਕੇ ਸਿੰਘਾਂ ਤੇ ਅਤਿਆਚਾਰ ਕੀਤੇ, ਜਿਨ੍ਹਾਂ ਦੀ ਵਾਰਤਾ ਸੁਣ ਕੇ ਅੱਜ ਵੀ ਸਾਰੇ ਤਰਾਹ-ਤਰਾਹ ਕਰ ਉੱਠਦੇ ਹਨ। ਅਤਿਆਚਾਰਾਂ ਦੀ ਇਹ ਭੱਠੀ 1716 ਈਸਵੀ ਤੋਂ ਲੈ ਕੇ 1785 ਈਸਵੀ ਤੱਕ ਬੜੀ ਤੇਜ਼ੀ ਨਾਲ ਮਘਦੀ ਰਹੀ। ਔਰੰਗਜ਼ੇਬ ਦੇ ਰਾਜਕਾਲ ਵਿੱਚ ਪੰਜਾਬ ਦੇ ਸੂਬੇਦਾਰਾਂ ਦੀ ਫਹਿਰਿਸਤ ਮੁਆਸਰੇ, ਆਲਮਗੀਰੀ ਅਤੇ ਦਸਤੂਰ ਅਮਲ ਇਸ ਪ੍ਰਕਾਰ ਦਿੱਤੀ ਹੋਈ ਹੈ। ਕਵਾਮੁਦੀਨ 1678 ਤੋਂ 1680 ਈਸਵੀ, ਮੁਹੰਮਦ ਆਜਮ 1680 ਤੋਂ 1691 ਈਸਵੀ, ਖਾਨ ਜਹਾਨ 1691 ਈਸਵੀ, ਮੁਕਰਮ ਖਾਨ 1691 ਤੋਂ 1697 ਈਸਵੀ, ਅਬੂ ਨਸਰ ਖਾਂ 1697 ਈਸਵੀ, ਇਬਰਾਹਿਮ ਖਾਂ 1697 ਤੋਂ 1699 ਈਸਵੀ, ਸ਼ਹਿਜ਼ਾਦਾ ਮਹਿਮੂਦ ਆਜਮ 1699 ਤੋਂ 1701 ਅਤੇ 1705 ਤੋਂ 1707 ਈਸਵੀ, ਜ਼ਬਰਦਸਤ ਖਾਂ 1701 ਤੋਂ 1705 ਈਸਵੀ, ਔਰੰਗਜ਼ੇਬ ਤੋਂ ਪਿੱਛੋਂ ਦੇ ਸੂਬੇਦਾਰ ਅਬਦੁਸ ਸਮਦ ਖਾਂ 1707 ਤੋਂ 1726 ਈਸਵੀ, ਜ਼ਕਰੀਆ ਖਾਂ 1726 ਤੋਂ 1745 ਈਸਵੀ, ਯਹੀਆ ਖਾਂ 1745 ਤੋਂ 1747 ਈਸਵੀ, ਸ਼ਾਹ ਨਵਾਜ਼ ਖਾਂ 1747 ਤੋਂ 1748 ਈਸਵੀ, ਮੀਰ ਮੰਨੂ 1748 ਤੋਂ 1757 ਈਸਵੀ। ਦਸ਼ਮੇਸ਼ ਜੀ ਨੇ ਜਿਸ ਸਮੇਂ ਖਾਲਸਾ ਸਿਰਜਿਆ ਉਸ ਵੇਲੇ ਲਾਹੌਰ ਦਾ ਸੂਬੇਦਾਰ ਇਬਰਾਹਿਮ ਖਾਂ ਅਤੇ ਸਰਹੰਦ ਦਾ ਵਜ਼ੀਰ ਖਾਂ ਸੀ। ਇਸ ਸਾਲ ਫਿਰ ਪੰਜਾਬ ਦਾ ਸੂਬੇਦਾਰ ਸ਼ਹਿਜ਼ਾਦਾ ਮੁਹੰਮਦ ਆਜਮ ਨੂੰ ਬਣਾਇਆ ਗਿਆ ਸੀ। ਲਾਹੌਰ, ਮੁਲਤਾਨ ਅਤੇ ਸਰਹੰਦ ਦੇ ਸੂਬੇਦਾਰਾਂ ਵਿੱਚ ਵਜ਼ੀਰ ਖਾਂ, ਅਬਦੁਸ ਸਮਦ ਖਾਂ, ਉਸ ਦਾ ਪੁੱਤਰ ਜ਼ਕਰੀਆ ਖਾਂ, ਉਸ ਦੇ ਪੁੱਤਰ ਯਹੀਆ ਖਾਂ ਅਤੇ ਸ਼ਾਹ ਨਵਾਜ਼, ਪਿੱਛੋਂ ਮੀਰ ਮੰਨੂ, ਪਿਛਲੇ ਪੰਜੇ ਲਾਹੌਰ ਦੇ ਕਰਮਵਾਰ ਹਾਕਮ ਰਹੇ ਹਨ। ਇਹ ਪੰਜੇ ਇੱਕ ਦੂਜੇ ਨਾਲੋਂ ਵੱਧ ਕੇ ਜਾਬਰ ਸਨ। ਸਿੱਖਾਂ ਨੂੰ ਮਲੀਆਮੇਟ ਕਰ ਦੇਣ ਵਾਸਤੇ ਇਹਨਾਂ ਇੱਕ ਦੂਜੇ ਤੋਂ ਵੱਧ ਕੇ ਟਿੱਲ ਲਾਇਆ ਅਤੇ ਜ਼ੁਲਮਾਂ ਦੀ ਹੱਦ ਹੀ ਮੁਕਾ ਦਿੱਤੀ। ਸਾਡਾ ਕਵੀ ਬੁੱਲੇ ਸ਼ਾਹ ਅਤੇ ਸਮੇਂ ਦਾ ਅੱਖੀਂ ਤੱਕਣ ਵਾਲਾ ਗਵਾਹ ਚੜ੍ਹਦੀ ਜਵਾਨੀ ਵਿੱਚ ਸੀ ਜਦ ਕਲਗੀਧਰ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਿਰਜਿਆ। ਫਿਰ ਸਮਾਂ ਉਸ ਨੂੰ ਪੰਜਾਬ ਦੀ ਸਰਜ਼ਮੀਨ ਉੱਤੇ ਬੜੀਆਂ ਖੂਨ ਵੀਟਵੀਆਂ ਲੜਾਈਆਂ ਵਿਖਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਮਜ਼ਲੂਮਾਂ ਅਤੇ ਦੁਖੀਆਂ ਦੀ ਖਾਤਰ ਘਾਲਣਾ, ਉਹਨਾਂ ਦੇ 4 ਪੁੱਤਰਾਂ ਦੀ ਲਸਾਨੀ ਸ਼ਹਾਦਤ, ਚਮਕੌਰ ਦੇ ਘੇਰੇ ਵਿੱਚੋਂ ਲਲਕਾਰ ਕੇ ਨਿਕਲ ਜਾਣਾ, ਮਾਛੀਵਾੜੇ ਦੀ ਕੰਡਿਆਲੀ ਧਰਤੀ ਨੰਗੇ ਪੈਰੀਂ ਗਾਉਣੀ, ਖਿਦਰਾਣੇ ਦੀ ਢਾਬ ਕੰਡੇ ਦਾ ਯੁੱਧ, ਉਹਨਾਂ ਦੇ ਮਹਿਲ ਜਦ ਤਲਵੰਡੀ ਸਾਬੋ ਦਮਦਮਾ ਸਾਹਿਬ ਆਏ ਅਤੇ ਪੁੱਤਰਾਂ ਬਾਰੇ ਜਾਣ ਕੇ ਉਦਾਸ ਹੋਏ ਤਾਂ ਗੁਰੂ ਪਾਤਸ਼ਾਹ ਵੱਲੋਂ ਮਾਵਾਂ ਨੂੰ ਆਪਣੇ ਬੱਚਿਆਂ ਦੀ ਵਡਮੁੱਲੀ ਕੁਰਬਾਨੀ ਦੇ ਅਤੇ ਇੱਕ ਬੇਨਜ਼ੀਰ ਢੰਗ ਨਾਲ ਦਿਲਾਸਾ ਦੇਣਾ, ਬੈਰਾਗੀ ਮਾਧੋ ਦਾਸ ਦਾ ਗੁਰੂ ਜੀ ਨਾਲ ਮਿਲਾਪ ਅਤੇ ਉਸ ਦਾ ਅੰਮ੍ਰਿਤ ਛਕ ਕੇ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਦੱਖਣੋਂ ਪੰਜਾਬ ਵੱਲ ਆਉਣਾ, ਸਰਹੰਦ, ਸਮਾਣਾ, ਇਸਮਾਈਲਾਬਾਦ, ਮੁਸਤਫਾਬਾਦ, ਸਢੌਰਾ, ਕਪੂਰੀ ਆਦਿ ਦੀ ਤਬਾਹੀ ਵੇਖੀ। ਫਿਰ ਬਾਦਸ਼ਾਹ ਬਹਾਦਰ ਸ਼ਾਹ ਦਾ ਖਬਰਾਂ ਮਿਲਣ ਤੇ ਬਾਬਾ ਬੰਦਾ ਸਿੰਘ ਵਿਰੁੱਧ ਅਜਮੇਰੋਂ ਕੂਚ ਕਰਨਾ, ਬੜੇ ਵੱਡੇ ਲਸ਼ਕਰ ਨਾਲ ਲੋਹਗੜ੍ਹ ਦੀ ਲੜਾਈ ਹੋਣੀ, ਬਾਦਸ਼ਾਹ ਦੇ ਸਾਰੇ ਪੁੱਤਰਾਂ ਅਤੇ ਫੌਜਾਂ ਦੇ ਉੱਘੇ ਜਰਨੈਲਾਂ ਨਾਲ ਸਨ। ਫੌਜ ਜਿਸ ਦੀ ਗਿਣਤੀ ਲੱਖਾਂ ਵਿੱਚ ਸੀ, ਬੰਦਾ ਸਿੰਘ ਨੂੰ ਫੜ ਨਾ ਸਕੀ। ਕਰਨਾਲ ਤੋਂ ਲੈ ਕੇ ਲਾਹੌਰ ਦੀਆਂ ਕੰਧਾਂ ਤੱਕ ਮੁਗਲਾਂ ਦੇ ਰਾਜ ਦੀ ਸਫ਼ ਵਲੇਟੀ ਗਈ। ਬੰਦਾ ਸਿੰਘ ਬਚ ਕੇ ਨਿਕਲ ਗਿਆ। ਬਾਦਸ਼ਾਹ ਮਾਯੂਸ ਹੋ ਕੇ ਲਾਹੌਰ ਪਰਤਿਆ। ਇੱਥੇ ਆ ਕੇ 10 ਦਸੰਬਰ 1710 ਈਸਵੀ ਸਿੱਖਾਂ ਦੀ ਕਤਲਆਮ ਦਾ ਹੁਕਮ ਜਾਰੀ ਕੀਤਾ। ਬਾਦਸ਼ਾਹ ਬਹਾਦਰ ਸ਼ਾਹ ਛੇਤੀ ਹੀ ਇੱਥੇ ਲਾਹੌਰ ਵਿਖੇ ਮਰ ਗਿਆ। ਉਸਦੇ ਪੁੱਤਰਾਂ ਵਿੱਚ ਗੱਦੀ ਲਈ ਤਲਵਾਰ ਖੜਕੀ। ਬੰਦਾ ਸਿੰਘ ਵੀ ਪਹਾੜਾਂ ਤੋਂ ਰਾਏਪੁਰ ਅਤੇ ਬਹਿਰਾਮਪੁਰ ਪਠਾਨਕੋਟ ਵੱਲ ਉਤਰ ਆਇਆ।
ਫਿਰ ਦੂਸਰੀ ਵਾਰ ਪੰਜਾਬ ਦੇ ਬਹੁਤ ਸਾਰੇ ਹਿੱਸੇ ਉੱਤੇ ਉਸਨੇ ਸਿੱਖਾਂ ਦਾ ਰਾਜ ਸਥਾਪਿਤ ਕਰ ਦਿੱਤਾ। ਦੂਜੇ ਪਾਸੇ ਦਿੱਲੀ ਦੇ ਤਖਤ ਅਤੇ ਸਈਦ ਭਰਾਵਾਂ ਦੀ ਸਹਾਇਤਾ ਨਾਲ ਫਰੱਖਸ਼ੀਅਰ ਬੈਠਾ। ਫਰੱਖਸ਼ੀਅਰ ਦੇ ਹੁਕਮਾਂ ਨਾਲ ਦੂਜੀ ਵਾਰ ਦਿੱਲੀ, ਲਾਹੌਰੋਂ, ਕਸ਼ਮੀਰੋਂ, ਮੁਲਤਾਨੋਂ ਮੁਗਲ ਫੌਜਾਂ ਦਾ ਬੰਦਾ ਸਿੰਘ ਵਿਰੁੱਧ ਚੜ੍ਹਾਈਆਂ ਅਤੇ ਲਾਹੌਰ ਲਾਗੇ ਲੜਾਈ ਛਿੜ ਕੇ ਗੁਰਦਾਸਪੁਰ ਨੰਗਲ ਦੇ ਘੇਰੇ ਤੇ ਆ ਠਹਿਰੀ। ਇਹ ਘੇਰਾ 8 ਮਹੀਨੇ 11 ਦਿਨ ਤੱਕ ਰਿਹਾ। ਅਖੀਰ ਰਸਦ ਪਾਣੀ ਖੁਣੋ ਅਤੇ ਅਬਦੁਸ ਸਮਦ ਖਾਂ ਦੇ ਝੂਠੇ ਦਾਅਵੇ ਕਰਕੇ ਬੰਦਾ ਸਿੰਘ ਅਤੇ ਉਸਦੇ ਸਾਥੀਆਂ ਦਾ ਫੜੇ ਜਾਣਾ, ਜਿਨ੍ਹਾਂ ਨੂੰ ਪਹਿਲਾਂ ਲਾਹੌਰ ਲਿਜਾਇਆ ਗਿਆ, ਪਿੱਛੋਂ ਦਿੱਲੀ ਲਿਜਾ ਕੇ ਸ਼ਹੀਦ ਕੀਤਾ ਗਿਆ। ਸਿੱਖਾਂ ਦੀ ਰਾਜਸੀ ਸੱਤਾ ਟੁੱਟ ਗਈ ਅਤੇ ਫਿਰ ਸਿੱਖਾਂ ਉੱਤੇ ਜ਼ਬਰ ਜ਼ੁਲਮ ਦੀ ਹਨੇਰੀ ਝੁੱਲਣ ਲੱਗੀ। ਲਾਹੌਰ ਨਖਾਸ ਮੰਡੀ ਵਾਲੀ ਥਾਂ ਸਿੱਖਾਂ ਨੂੰ ਚਰਖੜੀਆਂ ਉੱਤੇ ਚੜਾਉਣਾ, ਪੁੱਠੀਆਂ ਖੱਲਾਂ ਅਤੇ ਖੋਪਰੀਆਂ ਉਤਾਰਨੀਆਂ, ਸਿੱਖ ਬੀਬੀਆਂ ਨੂੰ ਤਸੀਹੇ ਦੇਣੇ, ਦੁੱਧ ਚੁੰਘਦੇ ਮਾਸੂਮ ਬੱਚਿਆਂ ਨੂੰ ਮਾਵਾਂ ਦੀਆਂ ਗੋਦੀਆਂ ਵਿੱਚੋਂ ਧੂ ਕੇ ਹਵਾ ਵਿੱਚ ਉਛਾਲ ਕੇ ਹੇਠਾਂ ਡਿੱਗਦਿਆਂ ਨੂੰ ਨੇਜਿਆਂ ਤੇ ਟੰਗਣਾ, ਫਿਰ ਟੁਕੜੇ ਟੁਕੜੇ ਕਰਕੇ ਹਾਰ ਪਰੋ ਕੇ ਮਾਵਾਂ ਦੇ ਗਲੀ ਪਾਉਣਾ। ਗਸ਼ਤੀ ਫੌਜਾਂ ਨੇ ਫਸਲਾਂ ਅਤੇ ਝਲਾਂ ਬੇਲਿਆਂ ਵਿੱਚ ਸਿੱਖਾਂ ਦੇ ਸ਼ਿਕਾਰ ਲਈ ਸ਼ਿਕਾਰੀ ਕੁੱਤਿਆਂ ਵਾਂਗ ਮਗਰ ਪੈ ਉਹਨਾਂ ਦਾ ਸ਼ਿਕਾਰ ਕਰਨਾ ਆਦਿ। ਇਹ ਸਭ ਖੂਨੀ ਅਤੇ ਰੂਹ ਕੰਬਾਊ ਨਜ਼ਾਰੇ ਸਮੇਂ ਦੇ ਦਰਪਣ ਨੇ ਸਭ ਲੋਕਾਂ ਅਤੇ ਸ਼ਾਹੀ ਬੁੱਲੇ ਸ਼ਾਹ ਦੀਆਂ ਅੱਖਾਂ ਅੱਗੇ ਪੇਸ਼ ਕੀਤੇ। ਇਸ ਸਮੇਂ ਇਸ ਸਾਈਂ ਜੀ ਨੇ ਲਾਹੌਰ ਵਿੱਚ ਭਾਈ ਹਕੀਕਤ ਰਾਏ ਧਰਮੀ ਨੂੰ ਬੱਚਿਆਂ ਦੇ ਆਪਸੀ ਇੱਕ ਮਾਸੂਮੀ ਝਗੜੇ ਕਾਰਨ ਕੱਠ ਮੂਲਿਆਂ ਹੱਥੋਂ 1735 ਵਿੱਚ ਬਾਗਬਾਨਪੁਰੇ ਲਾਗੇ ਲਾਹੌਰ ਪਹਿਲਾਂ ਸੰਗਸਾਰ ਹੁੰਦਾ ਅਤੇ ਫਿਰ ਕਤਲ ਹੁੰਦਾ ਵੇਖਿਆ। ਤਵੱਸਬ ਵਿੱਚ ਸੜੇ ਹੋਏ ਮੁਲਾਣਿਆਂ ਅਤੇ ਮੁਫਤੀਆਂ ਨੇ ਭਾਈ ਹਕੀਕਤ ਰਾਏ ਨੂੰ ਸੰਗਸਾਰ ਕਰਕੇ ਮਾਰਨ ਦਾ ਫਤਵਾ ਦਿੱਤਾ ਸੀ। ਮਿੱਥੇ ਦਿਨ ਤੇ ਉਸ ਨੂੰ ਜ਼ਮੀਨ ਵਿੱਚ ਗੱਡ ਕੇ ਉਸ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਗਏ। ਮੁਲਾਣੇ ਨੇ ਜਦ ਅਖੀਰ ਵਾਰੀ ਵੀ ਦੀਨ ਮੁਹੰਮਦੀ ਨਾ ਮੰਨਣ ਦਾ ਜਵਾਬ ਸੁਣਿਆ ਤਾਂ ਵਾਪਸ ਪਿੱਛੇ ਆ ਕੇ ਸੁਆਬ ਖੱਟਣ ਆਏ ਭੂਤਰੇ ਹੋਏ ਮੁਸਲਮਾਨ ਛੋਕਰਿਆਂ ਨੂੰ ਇਸ਼ਾਰਾ ਕੀਤਾ। ਇੱਟ ਪੱਥਰ ਵਰਨ ਲੱਗਾ। ਉਸ ਬੇਗੁਨਾਹ ਦੀ ਮੰਦੀ ਹਾਲਤ ਤੱਕ ਕੇ ਪਹਿਰੇ ਤੇ ਇੱਕ ਸਿਪਾਹੀ ਨੇ ਤਰਸ ਖਾ ਕੇ ਉਸ ਦਾ ਸਿਰ ਤਲਵਾਰ ਨਾਲ ਵੱਢ ਕੇ ਉਸ ਨੂੰ ਛੁਟਕਾਰਾ ਦਿਵਾਇਆ। 1738 ਈਸਵੀ ਵਿੱਚ ਭਾਈ ਮਣੀ ਸਿੰਘ ਵਰਗੇ ਮਹਾਨ ਸੰਤ ਦੇ ਬੰਦ ਕੱਟੇ ਗਏ। ਝੂਠੇ ਭਗਤ ਨਿਰੰਜਣੀਏ ਦੀ ਚੁਗਲੀ ਅਤੇ ਭਾਈ ਤਾਰੂ ਸਿੰਘ ਦੀ ਖੋਪਰੀ ਉਤਰਵਾਈ ਗਈ। ਅਗਲੇ ਸਾਲ ਭਾਈ ਸੁਭੇਗ ਸਿੰਘ ਜੰਬਰ ਅਤੇ ਉਸਦੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਚਰਖੜੀ ਤੇ ਚੜ੍ਹਾ ਕੇ ਸ਼ਹੀਦ ਕੀਤਾ ਗਿਆ। ਲਖਪਤ ਰਾਏ ਦਾ ਭਰਾ ਜਸਪਤ ਰਾਏ ਹੰਕਾਰ ਵਸ ਹੋ ਕੇ ਸਿੰਘਾਂ ਦਾ ਸ਼ਿਕਾਰ ਖੇਡਦਾ ਹੋਇਆ ਸਿੰਘਾਂ ਹੱਥੋਂ ਹੀ ਮਾਰਿਆ ਗਿਆ। ਕ੍ਰੋਧ ਵਿੱਚ ਸੜਦੇ ਲਖਪਤ ਰਾਏ ਨੇ ਭਰਾ ਦੇ ਬਦਲੇ ਵਜੋਂ ਲਾਹੌਰ ਦੇ ਹਜ਼ਾਰਾਂ ਮਾਸੂਮ ਅਤੇ ਬੇਗੁਨਾਹ ਸਿੱਖ ਫੜ ਕੇ ਪਤਵੰਤਿਆਂ ਦੇ ਮਿੰਨਤਾਂ ਕਰਨ ਤੇ ਵੀ ਸੋਮਾਵਤੀ ਮੱਸਿਆ ਵਾਲੇ ਦਿਨ ਨਖਾਸ ਚੌਂਕ ਵਿਖੇ ਕਤਲ ਕਰਵਾ ਦਿੱਤੇ ਅਤੇ ਗੱਲ ਇੱਥੋਂ ਤੱਕ ਅੱਗੇ ਵਧਾਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਥ ਹੀ ਇਸ ਧਰਤੀ ਤੋਂ ਮਿਟਾ ਦੇਣ ਦਾ ਬੀੜਾ ਚੁੱਕ ਲਿਆ। ਇਸ ਸਬੰਧ ਵਿੱਚ 2 ਜੇਠ 1746 ਈਸਵੀ ਨੂੰ ਪਹਿਲਾ ਘੱਲੂਘਾਰਾ ਵਾਪਰਿਆ, ਜਿਸ ਦੌਰਾਨ ਸਿੱਖ ਕੌਮ ਦੇ 7000 ਸੂਰਮੇ ਕੁਝ ਦਿਨਾਂ ਵਿੱਚ ਹੀ ਮਾਰੇ ਗਏ। ਅਨੇਕਾਂ ਫੜੇ ਗਏ ਜੋ ਲਾਹੌਰ ਲਿਆ ਕੇ ਸ਼ਹੀਦਗੰਜ ਵਾਲੀ ਥਾਂ ਤੇ ਸ਼ਹੀਦ ਕੀਤੇ ਗਏ। ਫਿਰ ਜਦ ਮੀਰ ਮਨੂ ਦੀ ਸੂਬੇਦਾਰੀ ਆਈ ਤਾਂ ਸਿੰਘਾਂ ਦੀ ਘਾਣ ਹੀ ਲੱਥ ਗਏ। ਮਨੂ ਬੜੀ ਬੇਰਹਿਮੀ ਨਾਲ ਸਿੱਖਾਂ ਨੂੰ ਮਾਰ ਖਪਾਈ ਜਾਂਦਾ ਅਤੇ ਸਿੱਖ ਵੀ ਕੌੜੀ ਵੇਲ ਵਾਂਗ ਵੱਧਦੇ ਰਹੇ। ਮਨੂ ਨੇ ਪੂਰਾ ਤਾਣ ਲਾਇਆ ਕਿ ਸਿੱਖ ਮੁੱਕ ਜਾਣ, ਪਰ ਸਿੱਖਾਂ ਨਾ ਮੁੱਕਣਾ ਸੀ ਸੋ ਨਾ ਮੁੱਕੇ, ਪਰ ਉਹ ਆਪ ਸਿੱਖਾਂ ਨੂੰ ਮੁਕਾਂਦਾ ਮੁੱਕ ਗਿਆ। ਉਸ ਵੇਲੇ ਇਹ ਸ਼ਬਦ ਹਰ ਇੱਕ ਦੀ ਜ਼ੁਬਾਨ ਤੇ ਸਨ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੜਦਾ ਅਸੀਂ ਦੂਣ ਸਵਾਣੇ ਹੋਏ। ਸਿੱਖਾਂ ਉੱਤੇ ਮਨੂ ਦੇ ਜ਼ਬਰ ਦਾ ਵਰਣਨ ਕਰਦਿਆਂ ਤਵਾਰੀਖਕਾਰ ਕਨ੍ਹਈਆ ਲਾਲ ਨੇ ਲਿਖਿਆ ਹੈ, ਮੀਰ ਮਨੂ ਨੇ ਪਹਾੜੀ ਰਾਜਿਆਂ ਦੇ ਨਾਮ ਹੁਕਮ ਜਾਰੀ ਕੀਤੇ ਕਿ ਆਪਣੇ ਆਪਣੇ ਇਲਾਕੇ ਵਿੱਚੋਂ ਸਿੱਖਾਂ ਨੂੰ ਫੜ ਕੇ ਉਸ ਕੋਲ ਭੇਜੇ ਜਾਣ। ਸੈਂਕੜੇ ਹਜ਼ਾਰਾਂ ਸਿੱਖ ਰੋਜ਼ ਫੜੇ ਜਾਂਦੇ ਅਤੇ ਲਾਹੌਰ ਭੇਜੇ ਜਾਂਦੇ, ਜਿੱਥੇ ਨਖਾਸ ਵਾਲੀ ਮੰਡੀ ਵਾਲੀ ਥਾਂ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ।
ਬਾਦਸ਼ਾਹ ਨੇ ਨਵਾਬ ਜ਼ਕਰੀਆ ਖਾਨ ਨੂੰ ਲਾਹੌਰ ਦੇ ਨਾਜ਼ਮ ਦੀ ਪਦਵੀ ਦੇ ਕੇ ਪੰਜਾਬ ਵੱਲ ਭੇਜਿਆ। ਉਸ ਨੇ ਦੀਵਾਨ ਲਖਪਤ ਰਾਏ ਨੂੰ ਲਾਹੌਰ ਦਾ ਪ੍ਰਬੰਧਕ ਬਣਾ ਦਿੱਤਾ ਅਤੇ ਸਿੱਖਾਂ ਨੂੰ ਕਾਬੂ ਕਰਨ ਲਈ ਇੱਕ ਗਸ਼ਤੀ ਫੌਜ ਸਥਾਪਿਤ ਕੀਤੀ, ਜਿਸ ਨੂੰ ਹੁਕਮ ਦਿੱਤਾ ਕਿ ਉਹ ਸਿੱਖਾਂ ਦਾ ਪਤਾ ਲਾਵੇ ਅਤੇ ਉਹਨਾਂ ਨੂੰ ਫੜ ਕੇ ਲਾਹੌਰ ਭੇਜ ਦਿਆ ਕਰੇ। ਗਸ਼ਤੀ ਫੌਜਾਂ ਨੇ ਬਹੁਤ ਹੀ ਵਧੀਕੀਆਂ ਕੀਤੀਆਂ। ਮੁਖਬਰ ਅਤੇ ਚੁਗਲੀ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਬਦੋਸ਼ੀਆਂ ਨੂੰ ਫੜਵਾ ਦਿੰਦੇ, ਕਿਉਂ ਜੋ ਰਾਠ ਸਿੰਘ ਤਾਂ ਉਹਨਾਂ ਦੇ ਕਾਬੂ ਨਾ ਆਉਂਦੇ। ਗਸ਼ਤੀ ਫੌਜ ਵੀ ਰਾਠ ਸਿੰਘਾਂ ਤੋਂ ਬਚ ਕੇ ਹੀ ਚੱਲਦੀ, ਆਪਣੀ ਹੋਂਦ ਕਾਇਮ ਰੱਖਣ ਲਈ ਮਗਰ ਤਾਂ ਜ਼ਰੂਰ ਪੈਂਦੀ ਪਰ ਬਚ ਬਚਾ ਕੇ। ਪਰ ਹਾਂ, ਖਾੜਕੂ ਸਿੰਘਾਂ ਦਾ ਗੁੱਸਾ ਸਧਾਰਨ ਸਿੱਖ ਘਰਾਣਿਆਂ ਤੇ ਕੱਢਦੀ, ਜੋ ਅਮਨ ਚੈਨ ਨਾਲ ਵਾਹੀ ਜੋਤੀ ਕਰਦੇ ਸਨ। ਸਿੱਖ ਹੋਣਾ ਹੀ ਉਹਨਾਂ ਦਾ ਬੜਾ ਵੱਡਾ ਦੋਸ਼ ਸੀ, ਅਤੇ ਜੇ ਉੱਤੋਂ ਮੁਖਬਰ ਲੂਤੀ ਫੂਕ ਦੇਣ ਕਿ ਇਹ ਰਾਠਾਂ ਨੂੰ ਪਨਾਹ ਦਿੰਦੇ ਹਨ ਜਾਂ ਉਹਨਾਂ ਨਾਲ ਇਹ ਕਿਸੇ ਵੀ ਕਿਸਮ ਦੀਆਂ ਸਾਂਝਾਂ ਰੱਖਦੇ ਹਨ, ਬਸ ਫਿਰ ਉਹਨਾਂ ਨੂੰ ਬਾਲ ਬੱਚੇ ਸਮੇਤ ਨਰੜ ਕੇ ਲਾਹੌਰ ਲਿਜਾ ਨਖਾਸ ਚੌਂਕ ਵਾਲੀ ਥਾਂ ਭੇਡ ਬੱਕਰੀ ਵਾਂਗ ਕੋਹ ਸੁੱਟਿਆ ਜਾਂਦਾ। ਮੁੱਛ ਫੁੱਟ ਗੱਭਰੂ ਇਸ ਜ਼ਬਰ ਵਿਰੁੱਧ ਘਰ ਘਾਟ ਛੱਡ ਕੇ ਅੰਮ੍ਰਿਤ ਛਕ ਕੇ ਰਾਠ ਸਿੰਘਾਂ ਦੇ ਜਥਿਆਂ ਵਿੱਚ ਰਲ ਜਾਂਦੇ ਅਤੇ ਮੁਗਲ ਸਰਕਾਰ ਦੇ ਜ਼ਬਰ ਵਿਰੁੱਧ ਛਾਤੀਆਂ ਤਾਣ ਕੇ ਡਟ ਜਾਂਦੇ ਅਤੇ ਜੂਝ ਮਾਰਦੇ। ਇਸ ਵੇਲੇ ਰਾਠ ਸਿੰਘਾਂ ਦੇ ਕਈ ਜਥੇ ਬਣੇ ਹੋਏ ਸਨ, ਜੋ ਮੁਗਲ ਸਰਕਾਰ ਨੂੰ ਹਿੱਕ ਦੇ ਫੋੜੇ ਵਾਂਗ ਤੜਫਾਉਂਦੇ ਸਨ। ਇਹ ਘਰ ਘਾਟ ਛੱਡੀ ਫਿਰਦੇ ਲੋਕ ਬਿਪਤਾ ਦੇ ਮੂੰਹੋਂ ਆਏ ਹੋਏ ਬੜਾ ਹੀ ਔਖਾ ਸਮਾਂ ਕੱਟ ਰਹੇ ਸਨ। ਜੰਗਲ ਬੇਲੇ ਅਤੇ ਪਹਾੜਾਂ ਦੀਆਂ ਖੱਡਾਂ ਇਹਨਾਂ ਦਾ ਆਸਰਾ ਸਨ। ਨਾ ਪਾਸ ਹਥਿਆਰ ਪੂਰੇ, ਨਾ ਘੋੜੇ, ਨਾ ਟਿਕਾਣਾ, ਨਾ ਕੋਈ ਢੁਕਵਾਂ ਖਾਣਾ ਪੀਣ ਦਾ ਪ੍ਰਬੰਧ, ਨਾ ਜ਼ਖਮਾਂ ਲਈ ਮੱਲਮ ਪੱਟੀ ਅਤੇ ਬਿਮਾਰੀ ਵੇਲੇ ਦਵਾ ਦਾਰੂ ਦੀ ਹੀ ਸੁਵਿਧਾ। ਪਰ ਹਰ ਵੇਲੇ ਸਿਰ ਤੇ ਮੌਤ ਮੰਡਰਾਉਂਦੀ ਰਹਿੰਦੀ। ਪਰ ਕੀ ਮਜਾਲ ਕਿ ਕੋਈ ਕਸ਼ਟਾਂ ਤੋਂ ਆਤੁਰ ਹੋ ਕੇ ਸਰਕਾਰ ਅੱਗੇ ਹਥਿਆਰ ਸੁੱਟ ਗੀਦੀ ਬਣ ਭਰਾਵਾਂ ਨੂੰ ਛੱਡ ਗਿਆ ਹੋਵੇ। ਜਿਉਂ-ਜਿਉਂ ਮੁਗਲ ਸਰਕਾਰ ਦਾ ਜ਼ਬਰ ਵੱਧਦਾ ਜਾ ਰਿਹਾ ਸੀ, ਸਿੰਘਾਂ ਦੇ ਸੰਘਰਸ਼ ਵਿੱਚ ਉਭਾਰ ਆ ਰਿਹਾ ਸੀ। ਰਾਠ ਸਿੰਘਾਂ ਦੇ ਹੁਣ ਤੱਕ ਕਈ ਸਵਤੰਤਰ ਜਥੇ ਬਣ ਚੁੱਕੇ ਸਨ। ਇਹ ਸਾਰੇ ਦ੍ਰਿਸ਼ ਬੁੱਲੇ ਸ਼ਾਹ ਦੀ ਅੱਖੋਂ ਓਹਲੇ ਕਿਵੇਂ ਰਹਿ ਸਕਦੇ ਸਨ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 28 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।